ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦਾ ਸਰੂਪ, ਅੱਜ ਦੇ ਪ੍ਰੋਗਰਾਮ ਦੀ ਦਿੱਖ ਥੋੜੀ ਜੀ ਪਹਿਲੇ ਨਾਲੋਂ ਵੱਖਰੀ ਹੈ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਨਿਰੋਲ ਧਾਰਮਿਕ ਤੇ ਪੰਥਕ ਮਸਲਾ ਤੁਹਾਡੇ ਨਾਲ ਵਿਚਾਰਾਂਗੇ, ਤੁਹਾਡੇ ਨਾਲ ਸਾਂਝਾ ਕਰਾਂਗੇ। ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਕਲਗੀਧਰ ਪਿਤਾ ਨੇ ਜਿਸ ਮਕਸਦ ਲਈ ਇਸ ਮਾਤ ਲੋਕ ਦੇ ਵਿੱਚ ਆਏ, ਜਿਸ ਨਿਸ਼ਾਨੇ ਨੂੰ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਆਏ, ਔਰ ਉਹਨਾਂ ਨੇ ਕਿਹਾ ਵੀ ਕਿ ਚਿੱਤ ਨਾ ਭਇਓ ਹਮਰੋ ਆਵਨ ਕੈ, ਮੇਰਾ ਚਿੱਤ ਨਹੀਂ ਸੀ ਕਰਦਾ, ਪਰ ਆਗਿਆ ਪਈ ਅਕਾਲ ਕੀ। ਉਸ ਅਕਾਲ ਪੁਰਖ ਦੀ ਆਗਿਆ ਦੇ ਨਾਲ ਗੁਰੂ ਸਾਹਿਬ ਇਸ ਧਰਤੀ ਦੇ ਉੱਤੇ ਆਏ, ਔਰ ਫਿਰ ਪੰਥ ਨੂੰ ਸਾਜਣ ਦਾ ਉਹ ਨਿਸ਼ਾਨਾ, ਉਹ ਹੁਕਮ, ਉਹ ਆਦੇਸ਼ ਲੈ ਕੇ ਗੁਰੂ ਸਾਹਿਬ ਇਸ ਧਰਤੀ ਦੇ ਉੱਤੇ ਆਏ। ਇਸ ਪੰਥ ਨੂੰ ਇਹਦਾ ਸਰੂਪ ਕੀ ਸੀ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕੀਤੀ ਇਹ ਉਸ ਤੋਂ ਵੱਖਰੀ ਸੀ। ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨਹੂ ਪਹਿਚਾਨਾ। ਫਿਰ ਲੋੜ ਕੀ ਸੀ? ਹੋਇਆ ਕਿ ਵਿਸਾਖੀ ਵਾਲੇ ਦਿਨ 1699 ਦੀ ਉਸ ਪਾਵਨ ਵਿਸਾਖੀ ਵਾਲੇ ਦਿਨ ਕੀ ਗੁਰੂ ਸਾਹਿਬ ਨੇ ਕੀਤਾ, ਕੀ ਆਦੇਸ਼ ਦਿੱਤੇ। ਪਰ ਇਸ ਤੋਂ ਸਭ ਤੋਂ ਜ਼ਿਆਦਾ ਅਹਿਮ ਔਰ ਮਹੱਤਵਪੂਰਨ ਹੈ ਕਿ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਤੁਸੀਂ ਆਪਣੇ ਵਿਰਸੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋ, ਔਰ ਹਰ ਸਿੱਖ ਨੂੰ ਜਿਹੜਾ ਆਦੇਸ਼ ਹੈ, ਇੱਕ ਗੱਲ ਕਹੀ ਜਾਂਦੀ ਹੈ ਕਿ ਵਾਸੀ ਤੁਸੀਂ ਆਨੰਦਪੁਰ ਦੇ ਹੋ। ਇਹ ਜਿਹੜਾ ਆਨੰਦਪੁਰ ਸਾਹਿਬ ਦਾ ਵਾਸੀ ਹੋਣਾ, ਅਸੀਂ ਰੈਜ਼ੀਡੈਂਟ ਉੱਥੇ ਦੇ ਹਾਂ, ਅਸੀਂ ਆਪਣੇ ਇਸ ਫਰਜ਼ ਨੂੰ, ਇਸ ਲਕਬ ਨੂੰ, ਇਹ ਜਿਹੜੀ ਸਾਨੂੰ ਇੱਕ ਬਖਸ਼ਿਸ਼ ਹੈ, ਇਸ ਨੂੰ ਭੁੱਲ ਨਾ ਜਾਈਏ, ਇਸ ਨੂੰ ਚੇਤੇ ਰੱਖੀਏ। ਇਹੀ ਦੁਹਰਾਉਣ ਦਾ ਮਕਸਦ ਹੁੰਦਾ ਹੈ ਵਿਸਾਖੀ ਦੇ ਜੋੜ ਮੇਲੇ, ਔਰ ਉਹਨਾਂ ਦੇ ਵਿੱਚ ਇੱਕ ਹੋਰ ਆਯਾਮ, ਇੱਕ ਨਵੀਂ ਡਾਇਮੈਂਸ਼ਨ ਜੁੜਦੀ ਹੈ ਜਦੋਂ ਅਸੀਂ ਨਗਰ ਕੀਰਤਨ ਜਾਂ ਪਰੇਡਸ ਦਾ ਉਹਨਾਂ ਨੂੰ ਆਰਗੇਨਾਈਜ਼ ਕਰਦੇ। ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਨਿਊਯਾਰਕ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਲੰਘਦੀ ਹੋਈ, ਮੇਨ ਜਿਹੜਾ ਸਾਰੀ ਦੁਨੀਆ ਦਾ ਹੱਬ ਕਹਿ ਲਿਆ ਜਾਏ, ਮੈਨਹੈਟਨ ਦੇ ਵਿੱਚ ਜਿਹੜੀ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਜਿਸ ਦੀ ਆਰੰਭਤਾ 1984 ਤੋਂ ਬਾਅਦ ਮਹਿਸੂਸ ਕੀਤੀ ਗਈ, ਔਰ ਤਾਂ ਕਿ ਆਪਣੀ ਪਛਾਣ ਔਰ ਅਡਰੀ ਦਿੱਖ ਨੂੰ ਲੋਕਾਂ ਤੱਕ ਜ਼ਾਹਿਰ ਕਰਨ ਲਈ, ਤਾਂ ਕਿ ਇਹ ਕੌਣ ਹਨ। ਇਸ ਸਾਲ ਵੀ ਇਹ ਨਗਰ ਕੀਰਤਨ ਜਾਂ ਸਿੱਖ ਡੇ ਪਰੇਡ 26 ਤਾਰੀਖ ਪਰਸੋਂ ਸ਼ਨੀਚਰਵਾਰ ਨੂੰ ਮੈਨਹੈਟਨ ਦੇ ਵਿੱਚ ਆਰਗੇਨਾਈਜ਼ ਕੀਤੀ ਜਾ ਰਹੀ ਹੈ। ਸੰਗਤ ਵੱਲੋਂ 118 ਗੁਰਦੁਆਰਾ ਸਾਹਿਬ, ਸਿੱਖ ਕਲਚਰਲ ਸੁਸਾਇਟੀ ਔਰ ਸਾਰੀ ਸੰਗਤ ਔਰ ਸਾਰੇ ਗੁਰਦੁਆਰਾ ਸਾਹਿਬਾਨ ਮਿਲ ਕੇ ਇਹ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਨਾਲ ਇਸ ਵੇਲੇ ਗੱਲਬਾਤ ਕਰਨ ਲਈ ਔਰ ਸਿਧਾਂਤਕ, ਧਾਰਮਿਕ, ਪੰਥਕ ਮੁੱਦੇ, ਪੰਥਕ ਇਸ ਦੇ ਉਸ ਐਂਗਲ ਤੋਂ ਗੱਲਬਾਤ ਕਰਨ ਲਈ ਗਿਆਨੀ ਬਲਕਰਨ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਏ ਹਨ, ਔਰ ਜਿਹੜੇ ਸਾਡੇ ਨਾਲ ਇਸ ਵੇਲੇ ਤੁਹਾਡੇ ਰੂਬਰੂ ਹਨ। ਗਿਆਨੀ ਜੀ, ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਅਸੀਂ ਗਿਆਨੀ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਵਿਸਾਖੀ ਔਰ ਇਸ ਦੇ ਨਾਲ ਸੰਬੰਧਿਤ ਕਿ ਗੁਰੂ ਸਾਹਿਬ ਨੇ ਸਿਧਾਂਤਕ ਪੱਖੋਂ ਇਹ ਜਿਹੜਾ ਨਵਾਂ ਆਯੋਜਨ ਕੀਤਾ, ਇੱਕ ਨਵੀਂ ਚੀਜ਼ ਦਿੱਤੀ, ਇਹ ਤਬਦੀਲੀ ਸੀ,
ਜਾਂ ਉਸ ਦਾ ਰੂਪ ਸਰੂਪ ਬਦਲੀ ਕੀਤਾ, ਇਹਦੇ ਵਿੱਚ ਕਿੰਨਾ ਕੁ ਫਰਕ ਸੀਗਾ, ਇਹਦੇ ਬਾਰੇ ਵੀ ਗਿਆਨੀ ਜੀ ਸਾਡੇ ਨਾਲ ਗੱਲਬਾਤ ਕਰਨਗੇ। ਪਰ ਅੱਜ ਅਸੀਂ ਹਮੇਸ਼ਾ ਦੀ ਤਰ੍ਹਾਂ ਸੁਰਖੀਆਂ ਤਾਂ ਨਹੀਂ ਲਵਾਂਗੇ ਔਰ ਸਾਡਾ ਇਰਾਦਾ ਵੀ ਨਹੀਂ ਸੀ, ਪਰ ਇੱਕ ਗੱਲ ਬੜੀ ਅਜੀਬ ਔਰ ਦੁਖਦਾਈ ਹੈ, ਕਾਫੀ ਤਕਲੀਫਦੇਹ ਹੈ। ਗੁਰਬਾਣੀ ਆਧਾਰ ਹੈ, ਗੁਰੂ ਸਾਹਿਬਾਨ ਦੀ ਬਾਣੀ ਸਾਡਾ ਇਸ਼ਟ ਅਤੇ ਮੁਕਤੀ ਦਾਤਾ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਅੰਕਿਤ ਹੈ ਕਿ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਸਾਡਾ ਇਸ਼ਟ ਔਰ ਮੁਕਤੀ ਦਾਤਾ ਹੈ। ਦੇਹ ਸ਼ਿਵਾ ਵਰ ਮੋਹਿ ਇਹ ਹੈ, ਇਹ ਗੁਰੂ ਕਲਗੀਧਰ ਪਿਤਾ ਦੇ ਉਹ ਅਮੋਲਕ ਵਚਨ ਹਨ ਜਿਸ ਨੂੰ ਸਿੱਖ ਰੈਜੀਮੈਂਟਲ ਸੈਂਟਰ ਨੇ ਵੀ ਆਪਣੇ ਮਾਟੋ ਦੇ ਤੌਰ ਦੇ ਉੱਤੇ ਅਪਣਾਇਆ ਹੈ। ਰਾਜਨੀਤਿਕ ਬੰਦੇ ਧਰਮ ਦੀ ਓਟ ਲੈਂਦੇ ਹਨ, ਧਰਮ ਤੇ ਰਾਜਨੀਤੀ ਨੂੰ ਗਲਗੱਡ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਅੱਜ ਜੋ ਇੱਕ ਦੁਖਦਾਈ ਘਟਨਾ ਵਾਪਰੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਕੈਬਨਿਟ ਮੰਤਰੀ ਪੰਜਾਬ ਦੇ, ਅਕਾਲੀ ਦਲ ਦੀ ਸਰਕਾਰ ਹੈ ਔਰ ਬਿਕਰਮਜੀਤ ਸਿੰਘ ਮਜੀਠੀਆ ਨੇ ਉਹ ਜਿਹੜੀ ਹਰਕਤ ਕੀਤੀ ਹੈ, ਸਹੀ ਲਫ਼ਜ਼ ਇਹੀ ਹੈ, ਉਹ ਕਾਫੀ ਮੰਦਭਾਗੀ ਹੈ। ਔਰ ਇਸ ਦੇ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਉਹ ਕਲਿੱਪਿੰਗ ਤੁਸੀਂ ਵੇਖੋ ਔਰ ਇਸ ਦੇ ਬਾਅਦ ਤੁਹਾਡੇ ਕੀ ਵਿਚਾਰ ਹਨ ਇਸ ਦੇ ਬਾਰੇ। ਅਸੀਂ ਗਿਆਨੀ ਜੀ ਤੋਂ ਵੀ ਇਹਨਾਂ ਦੇ ਬਾਰੇ ਜਾਣਕਾਰੀ ਲਵਾਂਗੇ ਕਿ ਇਹ ਕਾਰਵਾਈ ਨੂੰ ਕਿਹਨਾਂ ਨਜ਼ਰਾਂ ਦੇ ਨਾਲ ਵੇਖਣਾ ਚਾਹੀਦਾ ਔਰ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਾਂ ਹੋ ਸਕਦੀ ਹੈ, ਕਿਉਂਕਿ ਇਹ ਮਾਮੂਲੀ ਕੋਤਾਹੀ ਨਹੀਂ ਹੈ ਬਲਕਿ ਸਾਰੇ ਸਰੂਪ ਦੇ ਨਾਲ ਛੇੜਛਾੜ ਕਰਨ ਵਾਲੀ ਗੱਲ ਹੈ। ਪਹਿਲਾਂ ਤੁਹਾਨੂੰ ਉਹ ਕਲਿੱਪਿੰਗ ਦਿਖਾਵਾਂਗੇ ਔਰ ਉਸ ਦੇ ਬਾਅਦ ਤੁਹਾਡੇ ਵਿਚਾਰ ਔਰ ਗਿਆਨੀ ਜੀ ਦੇ ਨਾਲ ਇਹਦੇ ਤੇ ਵਿਚਾਰ ਚਰਚਾ ਕਰਾਂਗੇ। ਮੈਂ ਜਿਹੜੀ ਗੱਲ ਕਹਿਣ ਲੱਗਿਆ, ਸਾਰਿਆਂ ਨੇ ਦੋਵੇਂ ਹੱਥ ਖੜੇ ਕਰਕੇ ਮੇਰੇ ਨਾਲ ਇਹਨਾਂ ਸ਼ਬਦਾਂ ਨੂੰ ਪੜ੍ਹਨਾ ਮੇਰੇ ਨਾਲ। ਦੇਸ਼ ਸ਼ਿਵਾ ਪਰਤੋਏ, ਸ਼ੁਭ ਕਰਮਨ ਤੇ ਕਬੂ ਨਾ ਕਰੂ, ਨਾ ਕਰੂ ਅਸੋ ਜਬ ਜਾਏ ਲੜੂ, ਨਿਸ਼ਚੈ ਕਰ ਅਰੁਣ ਜੇਟਲੀ ਦੀ ਜਿੱਤ ਕਰੂ। ਇਹ ਤੁਸੀਂ ਕਲਿੱਪਿੰਗ ਵੇਖੀ ਔਰ ਤੁਸੀਂ ਆਪਣੇ ਵਿਚਾਰ ਇਸ ਦੇ ਉੱਤੇ ਦੇ ਸਕਦੇ ਹੋ। ਸਟੂਡੀਓ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰਕੇ 516 825 0006 ਦੇ ਉੱਤੇ ਵੀ ਤੁਸੀਂ ਦੱਸ ਸਕਦੇ ਹੋ ਕਿ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ, ਇਸ ਮੁੱਦੇ ਦੇ ਬਾਰੇ ਜਾਂ ਜਿਹੜੇ ਲਫ਼ਜ਼ ਵਰਤੇ ਗਏ ਹੈ ਇਹਦੇ ਬਾਰੇ ਕੀ ਹੋਣਾ ਚਾਹੀਦਾ। ਗਿਆਨੀ ਜੀ, ਤੁਸੀਂ ਇਹ ਵੇਖਿਆ ਹੈਗਾ ਔਰ ਤੁਸੀਂ ਧਾਰਮਿਕ ਔਰ ਇਤਿਹਾਸਕ ਪੱਖੋਂ ਗੁਰਬਾਣੀ ਦੀ ਪ੍ਰਚਾਰ ਪ੍ਰਸਾਰ ਤੁਹਾਡਾ ਮਕਸਦ ਹੈ, ਤੇ ਤੁਸੀਂ ਇਸ ਦੇ ਬਾਰੇ ਦੱਸੋਗੇ ਕਿ ਤੁਸੀਂ ਇਹਨੂੰ ਕਿੱਦਾਂ ਮਹਿਸੂਸ ਕੀਤਾ ਤੇ ਕੀ ਇਹਨੂੰ ਦੇਖਦੇ ਸਾਰੀ ਮਤਲਬ ਲਫ਼ਜ਼ਾਂ ਦੀ ਮੈਨੂੰ ਲੱਗਦਾ ਕਮੀ ਮਹਿਸੂਸ ਹੋ ਜਾਂਦੀ ਹੈ। ਹਾਂਜੀ ਹਾਂ, ਇਹਨੂੰ ਜਦੋਂ ਦੇਖਦੇ ਹਾਂ ਇਸ ਚੀਜ਼ ਨੂੰ ਆਪਾਂ, ਜਿਸ ਤਰ੍ਹਾਂ ਮਜੀਠੀਆ ਜੀ ਨੇ ਬੋਲਿਆ ਇਹ ਸ਼ਬਦ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਇਹ ਜੀ, ਤੇ ਸਾਡੇ ਕੋਲ ਇਤਿਹਾਸ ਦੇ ਵਿੱਚ ਘਟਨਾਵਾਂ ਆਉਂਦੀਆਂ ਨੇ ਜੀ, ਤੇ ਜਦੋਂ ਗੁਰੂ ਸਾਹਿਬ ਨੇ ਰੱਬੀ ਬਾਣੀ ਨੂੰ ਜੀ ਆਪਣੇ ਸਰੀਰ ਨਾਲੋਂ ਜ਼ਿਆਦਾ ਅਦਬ ਦਿੱਤਾ, ਤੇ ਜਿੱਥੇ ਜਿੱਥੇ ਕੋਈ ਐਸੀ ਗੱਲ ਹੋਈ ਜੀ, ਗੁਰਬਾਣੀ ਦੇ ਨਾਲ ਕਿਸੇ ਨੇ ਕੋਈ ਵਾਧਾ ਘਾਟਾ ਕੀਤਾ, ਉਹ ਭਾਵੇਂ ਗੁਰੂ ਸਾਹਿਬ ਦੇ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਸਨ, ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਰਸਤੇ ਵਿੱਚੋਂ ਸੁਨੇਹਾ ਭੇਜ ਦਿੱਤਾ ਕਿ ਜਿੱਧਰ ਰਾਮ ਰਾਏ ਦਾ ਮੂੰਹ ਹੈ ਉਹ ਉਧਰ ਹੀ ਚਲਾ ਜਾਵੇ। ਆਪਾਂ ਨਾਲ ਕਾਲਸ ਵੀ ਲਈਏ ਤਾਂ ਕਿ ਤੁਹਾਡੇ ਨਾਲ ਗੱਲਬਾਤ ਵੀ ਕਰਨਾ ਚਾਹੁੰਦੇ, ਤੁਹਾਡੇ ਵਿਚਾਰ ਵੀ। ਹਾਂਜੀ, ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਸਮਰਜੀਤ ਸਿੰਘ ਬੋਲਦਾ ਜੀ, ਪੈਂਸਿਲਵੇਨੀਆ ਤੋਂ। ਜੀ ਭਾਈ ਸਾਹਿਬ, ਮੈਂ ਸੁਣੀ ਜੀ ਤੁਹਾਡੀ ਹੁਣੇ ਕਲਿੱਪ ਵੇਖੀ। ਹਾਂਜੀ, ਤੇ ਤੁਸੀਂ ਕਿਹਾ ਆਪਣੇ ਵਿਚਾਰ ਦੱਸੋ ਜੀ। ਇਹਨਾਂ ਨੇ ਵਿਕਰਮਜੀਤ ਮਜੀਠੀਆ ਨੇ ਜੋ ਕਿਹਾ
ਇਹ ਬਣਦਾ ਨਹੀਂ ਜੀ ਬਿਲਕੁਲ ਕਹਿਣਾ। ਹਾਂਜੀ ਹਾਂਜੀ ਹਾਂਜੀ। 10ਵੇਂ ਪਾਤਸ਼ਾਹ ਨਾਲ ਕਿਸੇ ਵੀ ਕੋਈ ਉਹਨਾਂ ਵਰਗਾ ਤੇ ਹੋ ਹੀ ਨਹੀਂ ਸਕਦਾ ਜੀ ਜੀ ਹਾਂਜੀ। ਉਹਨਾਂ ਦੀਆਂ ਗੱਲਾਂ ਨਾਲ ਰਲਾਉਣਾ ਬਹੁਤ ਔਖਾ ਜੀ। ਹੂੰ 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 ਹੂੰ। ਬਾਕੀ ਮੈਂ ਉੱਥੋਂ 400 ਸਾਲ ਹੋਏ ਜੀ ਮੂਵ ਕਰਕੇ ਇੱਥੇ ਆਇਆ ਹਾਂਜੀ। ਤੇ ਉੱਥੇ ਸੁਣੀਦਾ ਜੀ ਇਹ ਬਹੁਤ ਧਾਰਮਿਕ ਨੇ। ਆਹ ਕਲਿੱਪ ਵੇਖ ਕੇ ਤੇ ਮਨ ਨੂੰ ਚੰਗਾ ਨਹੀਂ ਲੱਗਿਆ। ਹੂੰ 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 ਹੂੰ। ਜੀ ਜੀ ਜੀ। ਨਹੀਂ, ਪਿਛੋਕੜ ਤੇ ਇਹਨਾਂ ਦਾ ਬਹੁਤ ਹੈ। ਸਰ ਸੁੰਦਰ ਸਿੰਘ ਮਜੀਠੀਆ ਸਰਦਾਰ ਜਿਹੜੇ ਰਹੇ, ਔਰ ਮਜੀਠੀਆ ਪਰਿਵਾਰ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਇਹਨਾਂ ਦੀ ਕਾਫੀ ਯੋਗਦਾਨ ਰਿਹਾ ਹੈ। ਪਰ ਕੇਵਲ ਖਾਨਦਾਨ ਦੇ ਹੋ ਜਾਣ ਦੇ ਨਾਲ ਹੀ ਨਹੀਂ, ਪਰ ਤੁਹਾਨੂੰ ਕੀ ਲੱਗਦਾ ਹੈ ਇਹਦਾ ਕੀ ਹੋਣਾ ਕੀ ਚਾਹੀਦਾ? ਮੈਂ ਹੁਣ ਤੁਹਾਨੂੰ ਦੱਸਾਂ, ਮੈਂ ਪਿਛੋਕੜ ਬਾਰੇ ਦੱਸਾਂ। ਮੈਂ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ 7ਵੀਂ ਪੁਸ਼ਤ ਚੋਂ ਹਾਂ। ਮੇਰਾ ਨਾਮ ਸਮਰਜੀਤ ਸਿੰਘ ਹੈ। ਜੀ 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 ਜੀ। ਮੈਂ ਸਿਰਫ ਉਹਨਾਂ ਦਾ ਪਿਛੋਕੜ ਵੇਖ ਕੇ, ਮੇਰੇ ਬਜ਼ੁਰਗ ਵੀ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸੀ ਜੀ। 1846 ਚ ਉਹਨਾਂ ਨੇ ਸਭਰਾਵਾਂ ਚ ਜੀ ਸ਼ਹੀਦੀ ਪ੍ਰਾਪਤ ਕੀਤੀ ਹੈ ਜੀ। ਤੇ ਇਹ ਜਿਹੜੀ ਪੋਲਿਟਿਕਸ ਹੈ, ਉਹ ਪੋਲਿਟਿਕਸ ਕਰਕੇ ਇਹ ਸਾਰਾ ਕੁਝ ਕਰ ਰਹੇ ਆ ਤੇ ਚੰਗਾ ਨਹੀਂਗਾ। ਮੇਰੇ ਮਨ ਨੂੰ ਚੰਗਾ ਹੀ ਨਹੀਂ ਲੱਗੀ, ਉਹਨਾਂ ਦੀ ਕਲਿੱਪ ਚੰਗੀ ਨਹੀਂ ਲੱਗੀ। ਜੋ ਮੈਂ ਸੁਣਿਆ ਨਾ ਜੀ, ਹਾਂਜੀ, ਤੇ ਮਨ ਬੇਚੈਨ ਹੋ ਗਿਆ। ਹੂੰ ਹੂੰ। ਵੀ ਉਹ ਜੋ ਉੱਥੇ ਸੁਣੀਦਾ ਸੀ ਜੀ, ਇਹਨਾਂ ਨੇ ਘਰ ਮਹਾਰਾਜ ਦਾ ਪ੍ਰਕਾਸ਼ ਕੀਤਾ, ਈਵਨ ਇਹ ਬੈੱਡ ਤੇ ਨਹੀਂ ਸੌਂਦੇ, ਇਹ ਤਾਂ ਜ਼ਮੀਨ ਤੇ ਹੀ ਸੌਂਦੇ ਨੇ। ਇਹਨਾਂ ਬਾਰੇ ਬੜੇ ਚੰਗੇ ਵਿਊ ਸੀ ਮਨ ਦੇ ਵਿੱਚ। ਜੀ ਜੀ। ਬਾਕੀ ਕਈ ਵਾਰੀ ਜੀ ਪੋਲਿਟਿਕਸ ਦੇ ਵਿੱਚ ਬੰਦੇ ਤੋਂ ਗਲਤੀ ਹੋ ਜਾਂਦੀ ਹੈ, ਬੰਦੇ ਨੂੰ ਪਤਾ ਨਹੀਂ ਲੱਗਦਾ। ਜੀ 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 ਜੀ। ਸਿਰਫ ਆ ਛੋਟੀ ਜੀ ਗਲਤੀ ਨਾਲ ਚਲੋ ਕਿਸੇ ਬੰਦੇ ਨੂੰ ਨਹੀਂ ਕਹੀਦਾ ਵੀ। ਬਾਕੀ ਇਹ ਆ ਵੀ ਇਹ ਚੰਗਾ ਨਹੀਂ, ਜੋ ਉਹਨਾਂ ਨੇ ਬੋਲਿਆ ਕੋਈ ਚੰਗਾ ਨਹੀਂ ਲੱਗਿਆ। ਠੀਕ ਹੈ ਠੀਕ ਹੈ। ਕਿਉਂਕਿ ਜਿਹੜੀ ਪੋਲਿਟਿਕਸ ਹੈ ਇਹ ਸਾਡੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਜਾਂ ਸਾਡਾ ਜੋ ਵੀ ਪਿਛੋਕੜ, ਉਹਦੇ ਨਾਲ ਇਹਨਾਂ ਦਾ ਮੇਲ ਨਹੀਂ ਕੋਈ ਖਾਂਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਹਾਡੇ ਵਿਚਾਰਾਂ ਲਈ ਸ਼ੁਕਰੀਆ। ਗਿਆਨੀ ਜੀ, ਤੁਸੀਂ ਇਹਨਾਂ ਦੇ ਵਿਚਾਰ ਸੁਣੇ। ਕੀ ਇਹਨੂੰ ਇਦਾਂ ਨਹੀਂ ਲੱਗਦਾ ਜਿਹੜਾ ਤਪੋ ਰਾਜ ਰਾਜੋ ਨਰਕ ਵਾਲੀ ਗੱਲ? ਹਾਂ ਹਾਂਜੀ, ਬਿਲਕੁਲ ਜੀ ਬਿਲਕੁਲ। ਤੇ ਇਸ ਤਰ੍ਹਾਂ ਹੀ ਹੈ ਜੀ। ਇਹਨਾਂ ਨੇ ਗੱਲ ਬਿਲਕੁਲ ਠੀਕ ਕਹੀ ਹੈ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਉਹਨਾਂ ਨੇ ਗਲਤੀ ਕੀਤੀ ਹੈ, ਤੇ ਇਹ ਤੇ ਸਾਨੂੰ ਸਭ ਨੂੰ ਦਿਸ ਰਿਹਾ ਵੀ ਗਲਤੀ ਉਹਨਾਂ ਨੇ ਕੀਤੀ ਹੈ, ਔਰ ਇਹ ਗਲਤੀ ਵੀ ਸਧਾਰਨ ਨਹੀਂ ਹੈ, ਸੀਰੀਅਸ ਗਲਤੀ ਹੈ ਜੀ। ਪਰ ਹੁਣ ਅੱਗੇ ਸਵਾਲ ਇਹ ਪੈਦਾ ਹੁੰਦਾ ਵੀ ਉਹ ਇਸ ਆਪਣੀ ਗਲਤੀ ਨੂੰ ਜਸਟੀਫਾਈ ਕਰਦੇ ਨੇ ਜਾਂ ਇਸ ਆਪਣੀ ਗਲਤੀ ਨੂੰ ਉਹ ਮੰਨਦੇ ਨੇ ਜੀ। ਤੇ ਉਸ ਤੋਂ ਅੱਗੇ ਸਵਾਲ ਪੈਦਾ ਹੁੰਦਾ ਵੀ ਸਾਡਾ ਜਿਹੜੀ ਸੁਪਰੀਮ ਪਾਵਰ ਹੈ ਅੱਜ, ਸਾਡਾ ਸ਼੍ਰੀ ਅਕਾਲ ਤਖਤ ਸਾਹਿਬ, ਜੀ ਜੀ ਜੀ, ਉਥੋਂ ਇਹਦਾ ਕੀ ਰਿਐਕਸ਼ਨ ਆਉਂਦਾ ਹੈ ਜੀ? ਠੀਕ ਹੈ, ਆਪਾਂ ਉਹਦੇ ਤੇ ਵੀ ਗੱਲ ਕਰਦੇ ਆ, ਕਿਉਂਕਿ ਤੁਸੀਂ ਬਹੁਤ ਗੰਭੀਰ ਜਿਸ ਤਰ੍ਹਾਂ ਦੇ ਹਾਲਾਤ ਹੈ, ਕੀ ਹੋਏਗਾ ਜਾਂ ਹੋ ਸਕੇਗਾ ਜਾਂ ਲੈ ਸਕਣਗੇ, ਇਹ ਵੀ ਬੜਾ ਵੱਡਾ ਔਰ ਦੂਜਾ ਕੀ ਕੋਈ ਗਲਤੀ ਕਰਕੇ ਕਹਿ ਦਵੇ ਆਈ ਐਮ ਸੌਰੀ ਤੇ ਕੀ ਉਹ ਕਾਫੀ ਹੈ। ਸੋ ਇਹ ਦੋਨੋਂ ਗੱਲਾਂ। ਹਾਂਜੀ ਹਾਂ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ ਤੇ ਹੋ, ਕੌਣ ਬੋਲ ਰਹੇ ਜੀ? ਮੈਂ ਜਸਵਿੰਦਰ ਸਿੰਘ ਬੋਲਣ ਦੇ ਨਿਊਯਾਰਕ ਤੋਂ। ਜੀ ਭਾਈ ਸਾਹਿਬ ਜਸਵਿੰਦਰ ਸਿੰਘ ਜੀ, ਕੀ ਹਾਲ ਚਾਲ ਜੀ? ਕਲਾਂਬਾ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ, ਹੁਕਮ ਕਰੋ ਜਸਵਿੰਦਰ ਸਿੰਘ ਜੀ। ਮੈਂ ਇਹ ਕਹਿਣਾ ਚਾਹੁੰਦਾ ਵੀ ਮਜੀਠੀਆ ਸਾਹਿਬ ਨੇ ਹੁਣ ਵੇਖ ਲਓ ਕਿੱਡੀ ਵੱਡੀ ਗੱਲ ਕੀਤੀ ਹੈ ਨਾ, ਗਲਤ। ਹਾਂਜੀ। ਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਜਦੋਂ ਮਾੜੀ ਜੀ ਗੱਲ ਕੀਤੀ ਸੀ ਤੇ ਤੁਸੀਂ ਉਹਨੂੰ ਪੰਥ ਵਿੱਚ ਛਕਵਾਤਾ ਸੀ, ਉਸਨੂੰ ਕਿਹਾ ਕਿ ਪੰਥ ਵਿੱਚ ਛੇਕ ਦਿਓ ਇਹਨੂੰ। ਹੁਣ ਇਹਨੂੰ ਵੀ ਮਜੀਠੀਏ ਨੂੰ ਵੀ ਸਵਾਦ ਤਦ ਹੁੰਦਾ ਵੀ ਜੇ ਇਹਨੂੰ ਵੀ ਆਖੋ ਵੀ ਛੇਕੋ ਉਥੋਂ ਪੰਥ ਵਿੱਚ। ਦੇਖੋ ਤੁਹਾਡੇ ਵਿਚਾਰ ਜਿਹੜੇ ਹੈ, ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਕੋਈ ਨਿੱਜੀ ਬੰਦਾ ਕਿਸੇ ਨੂੰ ਨਹੀਂ ਛੇਕ ਸਕਦਾ, ਨਾ ਛਕਵਾ ਸਕਦਾ। ਔਰ ਦੂਜੀ ਗੱਲ ਜਿਹੜੀ ਤੁਸੀਂ ਉਹ ਕਹਿ ਰਹੇ ਹੋ ਕਿ ਉਹ ਮਾੜੀ ਜੀ ਗੱਲ ਸੀ, ਗੱਲ ਇਹ ਹੈ ਕਿ ਖਾਲੀ ਕਹਿ ਦੇਣ ਨਾਲ ਨਹੀਂ ਹੁੰਦਾ। ਜਦੋਂ ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਨੇ 3 ਵਾਰੀ ਸੱਦ ਕੇ ਔਰ ਕਾਫੀ ਉਹਦੇ ਬਾਅਦ ਵਿਚਾਰ ਦੇ ਕੇ ਪੂਰਾ ਸਮਾਂ ਦੇ ਕੇ ਫਿਰ ਕਾਰਵਾਈ ਕੀਤੀ ਹੈ, ਉਹ ਅਜੇ ਵਿਸ਼ੇ ਨਹੀਂ, ਜੇ ਕਦੀ ਲੋੜ ਪਈ ਉਹਨੂੰ ਵੀ ਕਰ ਲਾਂਗੇ। ਪਰ ਜਿਹੜਾ ਇਹਦੇ ਤੇ ਹੈ, ਅਸੀਂ ਇਸੇ ਕਰਕੇ ਕਹਿ ਰਹੇ ਹਾਂ ਕਿ ਅੱਜ ਇਹ ਪ੍ਰੋਗਰਾਮ ਕਰਨ ਦਾ ਮਕਸਦ ਹੀ ਇਹੀ ਹੈ ਕਿ ਸੰਗਤ ਦੀਆਂ ਭਾਵਨਾਵਾਂ ਉੱਥੇ ਤੱਕ ਪਹੁੰਚਾਉਣੀਆਂ। ਔਰ ਜਿਹੜੀ ਗੱਲ ਗਿਆਨੀ ਬਲਕਰਨ ਸਿੰਘ ਜੀ ਨੇ ਹੁਣੇ ਕੀਤੀ ਹੈ ਕਿ ਜਿਹੜੀ ਸਾਡੀ ਸੁਪਰੀਮ ਅਥਾਰਟੀ ਹੈ, ਉਹਨੂੰ ਚਾਹੀਦਾ ਹੈ ਕਿ ਉਹਦੇ ਤੇ ਕਾਰਵਾਈ ਕਰੇ। ਕੀ ਕਾਰਵਾਈ ਕਰਦੇ ਹੈ, ਉਹੀ ਅਸੀਂ ਤੁਹਾਡੀ ਆਵਾਜ਼, ਕਿਉਂਕਿ ਆਵਾਜ਼ ਖਲਕ ਨਕਾਰਾ ਖੁਦਾ, ਤੁਹਾਡੀ ਆਵਾਜ਼ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚੇਗੀ ਔਰ ਅਸੀਂ ਪਹੁੰਚਾਵਾਂਗੇ। ਤੇ ਐਸੀ ਗੱਲ ਨਹੀਂ ਹੈਗੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਹੈਲੋ। ਹਾਂਜੀ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਹਾਂਜੀ ਜੀ ਭਾਈ ਸਾਹਿਬ ਹੁਕਮ ਕਰੋ। ਹਾਂਜੀ, ਮੈਂ ਬੇਨਤੀ ਕਰਨੀ ਸੀਗੀ, ਖਬਰ ਜਿਹੜੀ ਅੱਜ ਪਤਾ ਲੱਗੀ ਹੈ, ਇਹ ਖਬਰ ਤਾਂ ਮੈਨੂੰ ਤਾਂ
ਰਾਮ ਰਾਏ ਦੀ ਉਹਦੀ ਯਾਦ ਆ ਗਈ, ਕਿਸ ਤਰ੍ਹਾਂ ਸਾਨੂੰ ਇਤਿਹਾਸ ਭੁੱਲ ਗਿਆ ਜੀ ਜਦੋਂ ਰਾਮ ਰਾਏ ਨੇ ਮਿੱਟੀ ਬੇਈਮਾਨ ਕੀ ਕਿਹਾ ਸੀ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਮੂੰਹ ਆਇਆ ਉਸੇ ਰਸਤੇ ਵਾਪਸ ਚਲੇ ਜਿਹੜੇ ਰਸਤੇ ਆਇਆ। ਜੀ ਹਾਂਜੀ ਜੀ ਹੁਣ ਇਹ ਫਕਰੇ ਕੌਮ ਹੈ ਉਹ ਇਹਦੇ ਬਾਰੇ ਕੁਝ ਲੈਣ ਵਿਚਾਰ ਦਾ ਫਕਰੇ ਕੌਮ ਦਾ ਅਵਾਰਡ ਮਿਲਿਆ ਜੀ ਦੱਸਣ ਦਾ ਇਹਦੇ ਬਾਰੇ ਕੋਈ ਵਿਚਾਰ ਦੇਣ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਬਿਲਕੁਲ ਬਿਲਕੁਲ, ਨਾ ਕੇਵਲ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਜਿਹੜੇ ਪਾਸਿਓਂ ਆਇਆ ਉਸ ਪਾਸੇ ਚਲਾ ਜਾ, ਉਹਨਾਂ ਨੇ ਕੋਈ ਮੌਕਾ ਵੀ ਨਹੀਂ ਦਿੱਤਾ। ਉਹਦੇ ਬਾਅਦ ਕੋਈ ਇਹ ਨਹੀਂ ਕਿ ਕੋਈ ਐਕਸਪਲੇਨੇਸ਼ਨ ਮੰਗੀ ਜਾਂ ਅਗਲੇ ਨੂੰ ਕਿਹਾ ਤੂੰ ਕੋਈ ਘਰ ਦਾ ਆਪਣਾ ਬੱਚਾ ਹੈ, ਬਲਕਿ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਜਿਹੜੀ ਉਸ ਵੇਲੇ ਕੀਤੀ ਬਾਬਾ ਰਾਮ ਰਾਏ ਦੇ ਬਾਰੇ, ਗੁਰੂ ਅੰਸ਼ ਹੋਣ ਦੇ ਬਾਵਜੂਦ ਉਹਨਾਂ ਨੇ ਇਹ ਹੁਕਮ ਕੀਤਾ ਕਿ ਇਹਦੇ ਮੱਥੇ ਨਹੀਂ ਲੱਗਣਾ। ਤੇ ਦੂਜੇ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਬਹੁਤ ਛੋਟੀ ਅਵਸਥਾ ਦੇ ਸੀ, ਉਹਨਾਂ ਦੇ ਬਾਰੇ ਗੁਰੂ ਸਾਹਿਬ ਨੇ ਹੁਕਮ ਕੀਤਾ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੋ ਇਹ ਜਿਹੜਾ ਸੀ ਨਿਰਣਾ ਗੁਰੂ ਸਾਹਿਬ ਦਾ ਹੈ। ਅਸਲ ਵਿੱਚ ਇਹ ਕੌਤਕ ਸੀ ਗੁਰੂ ਸਾਹਿਬ ਦਾ, ਤਾਂ ਕਿ ਉਹ ਦੱਸ ਸਕਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਥਕ ਮਸਲਿਆਂ ਨੂੰ ਕਿਵੇਂ ਨਜਿੱਠਣਾ। ਕੀ ਖਿਆਲ ਹੈ ਗਿਆਨੀ ਜੀ? ਬਿਲਕੁਲ, ਔਰ ਵਿਸ਼ੇਸ਼ ਤੌਰ ਤੇ ਜਦੋਂ ਗੁਰਬਾਣੀ ਦਾ ਸਵਾਲ ਖੜਾ ਹੁੰਦਾ ਹੈ ਮਹਾਰਾਜ ਦੀ ਬਾਣੀ ਦਾ ਜੀ, ਉਦੋਂ ਤੇ ਮਹਾਰਾਜ ਨੇ ਸਮਝੌਤਾ ਕੀਤਾ ਹੀ ਨੇ ਨਾ ਜੀ। ਦੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਾਹੌਰ ਜਾਂਦੇ ਨੇ, ਉੱਥੇ ਸ਼ਹਾਦਤ ਤੋਂ ਪਹਿਲਾਂ ਜੀ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਜੀ ਵੀ ਪਹਿਲੀ ਗੱਲ ਤਾਂ ਇਹ ਕਹੀ ਗਈ ਵੀ ਤੁਸੀਂ ਜੁਰਮਾਨਾ ਦਿਓ 2 ਲੱਖ ਰੁਪਈਆ ਜੀ। ਦੂਸਰੀ ਗੱਲ ਕਹੀ ਗਈ ਸੀ ਜੀ ਕਿ ਅਸੀਂ ਤੁਹਾਨੂੰ ਕੁਝ ਸ਼ਬਦ ਦੇਵਾਂਗੇ, ਹਾਂਜੀ, ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ, ਆਦਿ ਗ੍ਰੰਥ ਸਾਹਿਬ ਵਿੱਚ ਤੁਸੀਂ ਦਰਜ ਕਰੋ ਜੀ ਜੀ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਵੀ ਕਿਹਾ ਸੀ ਵੀ ਇਹ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਜਿਵੇਂ ਹੁਣ ਸੰਗਤ ਦੀ ਮਾਇਆ ਦੀ ਵੀ ਅੱਜ ਗੱਲ ਚੱਲਦੀ ਹੈ ਕਿ ਸਾਡੀ ਮਾਇਆ ਕਿੱਧਰ ਲੱਗ ਰਹੀ ਹੈ, ਇਹ ਵੀ ਸਵਾਲ ਹੈ ਵੱਡਾ, ਕਦੇ ਇਸ ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ ਜੀ। ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਜਿਹੜੀ ਤੁਸੀਂ ਜੁਰਮਾਨਾ ਮੰਗ ਰਹੇ ਹੋ 2 ਲੱਖ ਰੁਪਈਆ, ਇਹ ਸੰਗਤ ਦੀ ਮਾਇਆ ਹੈ, ਇਹ ਤੁਹਾਡੇ ਵਰਗੇ ਲੋਕਾਂ ਦੇ ਖਜ਼ਾਨੇ ਭਰਨ ਵਾਸਤੇ ਨਹੀਂ ਹੈ, ਇਹ ਤਾਂ ਸੰਗਤ ਦੀ ਸੇਵਾ ਵਾਸਤੇ ਲੱਗਣੀ ਹੈ। ਦੂਜੀ ਗੱਲ ਉਹਨਾਂ ਕਿਹਾ ਸੀ ਜਿਹੜੀ ਬਾਣੀ ਹੈ ਇਹਨੂੰ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਖੁਦ ਕਹਿ ਗਏ ਨੇ। ਭਾਈ ਲਾਲੋ ਜੀ ਨੇ ਪੁੱਛਿਆ ਸੀ ਵੀ ਬਾਬਾ ਜੀ ਇਹ ਸ਼ਬਦ ਕਿੱਥੋਂ ਆਉਂਦੇ ਨੇ, ਤਾਂ ਆਪ ਜੀ ਜਾਣਦੇ ਹੋ ਗੁਰੂ ਸਾਹਿਬ ਨੇ ਕਿਹਾ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਤੇ ਖਸਮ ਦੀ ਬਾਣੀ ਨੂੰ ਬਦਲਣ ਦਾ ਅਧਿਕਾਰ ਤੇ ਕਿਸੇ ਕੋਲੇ ਵੀ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਉੱਥੇ ਵੀ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਅਸੀਂ ਇਸ ਬਾਣੀ ਦੇ ਵਿੱਚ ਕੋਈ ਹੋਰ ਸ਼ਬਦ ਕਿਸੇ ਬੰਦੇ ਦੇ ਦਿੱਤੇ ਹੋਏ ਪਾ ਦਈਏ ਜੀ ਜੀ। ਫਿਰ ਉਹਨਾਂ ਕਿਹਾ ਤੁਸੀਂ ਸ਼ਹੀਦੀ ਦੇਣ ਵਾਸਤੇ ਤਿਆਰ ਹੋ ਜਾਓ ਜੀ। ਗੁਰੂ ਸਾਹਿਬ ਨੇ ਕਿਹਾ ਉਹ ਸਾਨੂੰ ਪ੍ਰਵਾਨ ਹੈ। ਦੇਖੋ ਸਤਿਗੁਰੂ ਜੀ ਨੇ ਆਪਣਾ ਸਿਰ ਦਿੱਤਾ, ਪਰ ਗੁਰਬਾਣੀ ਦੇ ਮਸਲੇ ਤੇ ਸਮਝੌਤਾ ਨਹੀਂ ਕੀਤਾ, ਤੇ ਇਹ ਬਹੁਤ ਵੱਡਾ ਮਸਲਾ ਅੱਜ ਖੜਾ ਹੋ ਗਿਆ। ਬਿਲਕੁਲ, ਜਿਵੇਂ ਤੁਸੀਂ ਕਿਹਾ ਤੁਰਕੀ ਬਾਣੀ ਆਈ, ਤੁਰਕੀ ਬਾਣੀ ਹੈ ਜੀ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਜਦੋਂ ਲਿਖ ਰਹੇ ਆ ਤਾਂ ਇਹੀ ਕਹਿ ਰਹੇ ਆ, ਕਹੋ ਪ੍ਰਭੂ ਸੁਭਾਖ ਹੋ ਕਿਸੂ ਨਾ ਕਾਨ ਰਾਖੋ, ਜੋ ਮੈਨੂੰ ਅਕਾਲ ਪੁਰਖ ਕਹਿ ਰਿਹਾ ਮੈਂ ਉਹ ਕਹਿ ਰਿਹਾ, ਮੈਂ ਕਿਸੇ ਦੀ ਗੱਲ ਨਹੀਂ ਸੁਣਾਂਗਾ। ਅਵੇਕ ਬੀਜ ਬੀਜ ਹੋ ਅਲੇਖ ਬੀਜ ਬੀਜ ਹੋ, ਹੈ ਨਾ। ਇਹ ਜਿਹੜੀ ਗੱਲ ਸੀ। ਇੱਕ ਸਮਾਂ ਹੈ ਛੋਟੇ ਜਿਹੇ ਵਕਫੇ ਦਾ, ਮੁੜ ਹਾਜ਼ਰ ਹੁੰਨੇ ਆ। ਤੁਸੀਂ ਸਾਡੇ ਨਾਲ ਬਣੇ ਰਹੋ ਔਰ ਇਸ ਅਹਿਮ ਮਸਲੇ ਦੇ ਉੱਤੇ, ਕਿਉਂਕਿ ਇਹ ਇੱਕ ਕੌਮੀ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਇਹ ਅਸੀਂ ਮਹਿਸੂਸ ਕਰ ਰਹੇ ਹਾਂ ਔਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਤੁਹਾਡੀ ਆਵਾਜ਼ ਅਸੀਂ ਉੱਥੇ ਤੱਕ ਪਹੁੰਚਾਣੀ ਹੈ ਜਿੱਥੇ ਇਹ ਜਾਣੀ ਚਾਹੀਦੀ ਹੈ। ਸੋ ਇੱਕ ਵਕਫੇ ਦੇ ਬਾਅਦ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵੀਰ ਸਿੰਘ ਭੀਰ, ਪਿੰਡ ਮਿਆਣੀ ਤੋਂ ਬੋਲ ਰਿਹਾ ਕਿ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਜਿਹੜੀ 26 ਤਰੀਕ ਨੂੰ ਸਿੱਖ ਡੇ ਪਰੇਡ ਮਨਹਾਟਨ ਸ਼ਹਿਰ ਵਿੱਚ ਮੈਡੀਸਨ ਐਵਨਿਊ ਦੇ ਕੱਢੀ ਜਾ ਰਹੀ ਹੈ, ਉੱਥੇ ਹੁਮ ਹੁਮਾ ਕੇ ਪਹੁੰਚੋ, ਰੌਣਕਾਂ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਵਤਾਰ ਸਿੰਘ ਟਿੰਨਾ, ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਹਾਂਜੀ, ਤੇ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਕਿਉਂਕਿ ਮੈਂ ਖੁਦ ਮੈਰਾਥਨ ਰਨਰ ਹੈਗਾ, ਤੇ ਮੈਂ ਚਾਹੁੰਦਾ ਕਿ ਅਸੀਂ ਇਸ 27 ਤਰੀਕ ਅਪ੍ਰੈਲ 27 ਸੰਡੇ ਗੁਰਦੁਆਰਾ ਰਿਚਮੰਡ ਹਿੱਲ ਸਿੱਖ ਕਲਚਰ ਸੁਸਾਇਟੀ ਵੱਲੋਂ ਜੋ ਅਸੀਂ ਕਰਵਾ ਰਹੇ ਹਾਂ 5 ਕਿਲੋਮੀਟਰ ਦੀ ਦੌੜ, ਜਿਹੜੀ ਸਵੇਰੇ 9 ਵਜੇ ਸ਼ੁਰੂ ਹੋਏਗੀ। ਤੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਹੁਮ ਆ ਕੇ ਪਹਿਲੀ ਇਸ ਰੇਸ ਵਿੱਚ ਹਿੱਸਾ ਪਾਓ। ਤੇ ਇਸ ਤੋਂ ਬਾਅਦ ਇਹ ਜਿਹੜੀ ਰੇਸ ਹੈ ਹਰ ਸਾਲ ਐਨੂਅਲ ਹੋਏਗੀ, ਜਿਸ ਤਰ੍ਹਾਂ ਨਗਰ ਕੀਰਤਨ ਹੁੰਦਾ ਹੈ ਜਾਂ ਜਿਸ ਤਰ੍ਹਾਂ ਵਿਸਾਖੀ ਡੇ ਪਰੇਡ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਸ਼ਮੀਰ ਸਿੰਘ, ਪ੍ਰਧਾਨ ਮਿਆਣੀ ਵੈਲਫੇਅਰ ਸੁਸਾਇਟੀ, ਨਿਊਯਾਰਕ। ਮੈਂ ਸਾਰੇ ਸਿੱਖ ਜਗਤ ਨੂੰ ਖਾਲਸੇ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਆਓ 26 ਤਰੀਕ ਨੂੰ ਮਨਹਾਟਨ ਵਿੱਚ ਸਿੱਖ ਡੇ ਪਰੇਡ ਹੋ ਰਹੀ ਹੈ, ਸਾਰੇ ਉੱਥੇ ਹੁਮ ਹਮਾ ਕੇ ਪਹੁੰਚੋ। ਸਾਰਿਆਂ ਨੂੰ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है एमपी के खास व्हाइट होल व्हीट आटे से बने प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश। एकदम पापड़। इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट, नो मैदा, रखे आपकी रोटी को सॉफ्ट और फ्रेश 8 घंटों के बाद भी। सिंह मार दे ठोकर तक ताजा नू, सिंह मार दे ठोकर तक ताजा नू। हुण लोया डंडराला पाउणा ए गाले दे गोते, मंडियां च जट रुलदा, चुल्ले मूरे रुलदी रकान। चादरा जिप्सी काली शौक सोहणिए यारां दा। मैं गुरदीप सिंह संधू, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ। ਪਿਛਲੇ 26 ਸਾਲ ਹੋਮਿਓਪੈਥਿਕ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ 17 ਸਾਲਾਂ ਤੋਂ ਬੇ ਏਰੀਏ ਵਿੱਚ ਤੁਹਾਡੀ ਸੇਵਾ ਕਰ ਰਿਹਾ ਹਾਂ ਹੋਮਿਓਪੈਥਿਕ ਮੈਡੀਸਿਨ ਤੇ ਟ੍ਰੀਟਮੈਂਟ ਦੇ ਰਾਹੀਂ। ਬੇਸਿਕ ਤੌਰ ਤੇ ਹਰ ਆਦਮੀ ਨੂੰ ਜਾਣਨੀਆਂ ਬੜੀਆਂ ਜ਼ਰੂਰੀ ਨੇ ਕਿ ਹਰ ਬਿਮਾਰੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਹਿਸਾਸ ਤੋਂ ਹੁੰਦੀ ਹੈ। ਤੁਸੀਂ ਹਰ ਬਿਮਾਰੀ ਦੇ ਸੰਬੰਧ ਵਿੱਚ ਇਹ ਗੱਲਾਂ ਜਾਣ ਸਕੋ ਕਿ ਕੀ ਹੋ ਸਕਦਾ ਹੈ, ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਦਾ ਨਿਵਾਰਨ ਕਿਵੇਂ ਹੋ ਸਕਦਾ ਸੌਖੇ ਤਰੀਕੇ ਦੇ ਨਾਲ, ਤਾਂ ਕਿ ਉਹ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਛੇਤੀ ਤੋਂ ਛੇਤੀ ਉਹ ਠੀਕ ਹੋ ਸਕੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, 1192 ਈਸਟ ਸੈਂਟਾ ਕਲਾਰਾ ਸਟਰੀਟ, ਸਨੋਜ਼ੇ ਦੇ ਉੱਪਰ। ਮੇਰਾ ਫੋਨ ਨੰਬਰ 4086871899। You've worked hard for your money. You deserve to feel secure about your bank. At Indus American Bank, our focus is to build relationships on trust and integrity. Unlike other banks, we speak your language, and our professional staff is here not just to meet your expectations, but to exceed them. Forget fees and start doing the most with your money. Online banking and bill pay, money transfers, and totally free checking. Come to Indus. Let's grow together. Visit us at these convenient locations or log on to indusamericanbank.com. Member FDIC. सुबह से लेकर रात तक अमन टेल पे बात करो। Aman Tel. Call India only for 1 cent per minute. Call Pakistan 6.9 cents. Call Bangladesh 1.9 cents. Call Nepal 7.9 cents. Talk for a minute, pay for a minute. Pinless service. Aman Tel है साथ सारा। ਅਮਨ ਟੈਲ ਦੀ ਬੱਲੇ ਬੱਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੂਟਾ ਸਿੰਘ ਚੀਮਾ, ਕੈਸ਼ੀਅਰ ਸਿੱਖ ਕਲਚਰ ਸੁਸਾਇਟੀ ਤੋਂ ਸਮੁੱਚੇ ਜਗਤ ਨੂੰ ਜਿਹੜੀ 27 ਸਿੱਖ ਡੇ ਪਰੇਡ ਮਨਹਾਟਨ ਵਿਖੇ ਨਿਕਲ ਰਹੀ ਹੈ, ਉਸ ਦੀਆਂ ਸਮੁੱਚੇ ਜਗਤ ਨੂੰ ਬਹੁਤ ਬਹੁਤ ਵਧਾਈਆਂ। ਅਤੇ ਪੂਰੀ ਟਰਾਈ ਸਟੇਟ ਦੀ ਸੰਗਤ ਨੂੰ ਬੇਨਤੀ ਹੈ ਕਿ 27 ਸਿੱਖ ਡੇ ਪਰੇਡ ਮਨਹਾਟਨ ਗੱਜ ਵੱਜ ਕੇ ਪਹੁੰਚੋ ਜੀ। ਜੋ ਗੈਟ ਪੰਜਾਬੀ ਅਤੇ ਇੱਕ ਓਂਕਾਰ ਚੈਨਲ ਜੋ ਆਪਣਾ ਲਾਈਵ ਦਿਖਾ ਰਹੇ ਨੇ ਇੰਡੀਆ ਅਤੇ ਇੱਥੇ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਮੇਰੇ ਨਾਲ ਗਿਆਨੀ ਬਲਕਰਨ ਸਿੰਘ ਜੀ, ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਪੰਥਕ ਮਸਲਿਆਂ ਦੇ ਉੱਤੇ। ਔਰ ਅੱਜ ਜਿਹੜਾ ਬਹੁਤ ਹੀ ਗੰਭੀਰ ਔਰ ਚਿੰਤਾਜਨਕ ਜਿਹੜਾ ਮੁੱਦਾ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਉਹਨਾਂ ਨੇ ਗੁਰਬਾਣੀ ਦੀ ਤੁਕ ਨੂੰ ਕਿਸੇ ਵਿਸ਼ੇਸ਼ ਵਿਅਕਤੀ ਦੀ ਖੁਸ਼ਾਮਦ ਦੇ ਲਈ ਵਰਤਿਆ, ਜਿਹੜਾ ਕਿ ਬਹੁਤ ਹੀ
ਲਫ਼ਜ਼ ਵੀ ਨਹੀਂ ਹੈਗੇ ਪ੍ਰੋਪਰਲੀ ਕਿ ਜੇ ਨਿੰਦਣਯੋਗ ਕਹਿ ਲਿਆ ਜਾਏ, ਬਹੁਤ ਛੋਟਾ ਲਫ਼ਜ਼ ਲੱਗਦਾ ਹੈ। ਪਰ ਇਹ ਜਿਹੜੀ ਕੁਤਾਹੀ ਜਾਣੇ ਜਾਂ ਅਣਜਾਣੇ ਵਿੱਚ ਹੋਈ ਹੈ, ਕੀ ਇਸ ਦੀ ਮਾਫੀ ਹੈ? ਕੀ ਇਸ ਨੂੰ ਕਿਵੇਂ ਦਰੁਸਤ ਕੀਤਾ ਜਾ ਸਕਦਾ ਹੈ? ਕੀ ਕਾਰਵਾਈ ਹੋਣੀ ਚਾਹੀਦੀ ਹੈ? ਕੀ ਕਾਰਵਾਈ ਹੋਏਗੀ? ਜਾਂ ਇਸ ਨੂੰ ਵੀ ਰਾਜਨੀਤੀ ਦੇ ਉਸ ਵਾਹ ਵਰੋਲੇ ਦੇ ਵਿੱਚ ਇੱਕ ਪਾਸੇ ਕਰ ਦਿੱਤਾ ਜਾਏਗਾ? ਬਹੁਤ ਹੀ ਗੰਭੀਰ ਪੰਥਕ ਮਸਲਾ ਹੈ ਤੇ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰ ਇਸ ਦੇ ਉੱਤੇ ਜ਼ਰੂਰ ਦਿਓ, ਔਰ ਤੁਸੀਂ ਦੇ ਵੀ ਰਹੇ ਹੋ। ਤੁਹਾਡੇ ਵਿਚਾਰ ਵੀ ਲੈਂਦੇ ਆ ਔਰ ਗਿਆਨੀ ਜੀ ਨਾਲ ਇਹਦੇ ਬਾਰੇ ਆਪਣੀ ਟਿੱਪਣੀ ਵੀ ਦੇਣਗੇ। ਹੈਲੋ ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ੍ਰੀ ਅਕਾਲ ਜੀ। ਅਸੀਂ ਆਪਣਾ ਗੋਲਫ ਕੈਨੇਡਾ ਤੋਂ ਬੋਲ ਰਹੇ ਜੀ। ਜੀ ਕੌਣ ਬੋਲ ਰਹੇ ਭਾਈ ਸਾਹਿਬ ਜੀ? ਰਜਿੰਦਰ ਸਿੰਘ ਬੋਲ। ਜੀ ਹੁਕਮ ਕਰੋ ਜੀ। ਇਹ ਜਿਹੜਾ ਆਪਣਾ ਮਜੀਠੀਆ ਨੇ ਬਿਆਨ ਦਿੱਤਾ ਬਹੁਤ ਗਲਤ ਦਿੱਤਾ ਜੀ, ਤੇ ਸਾਰੀ ਸਿੱਖ ਸੰਗਤ ਤੋਂ ਮਾਫੀ ਮੰਗਣੀ ਚਾਹੀਦੀ ਹੁਣ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਤੁਹਾਡਾ ਮਤਲਬ ਇਹ ਹੋਏਗਾ, ਤੁਸੀਂ ਸਮਝ ਰਹੇ ਹੋ? ਤੁਹਾਨੂੰ ਕੀ ਖਿਆਲ ਹੈ, ਇਹ ਹੋਏਗਾ, ਹੋ ਸਕੇਗਾ? ਹੈਲੋ ਹੈਲੋ ਜੀ, ਹੈਲੋ ਹੈਲੋ, ਹਾਂਜੀ ਜੀ ਮਹਾਰਾਜ। ਹਾਂਜੀ ਹਾਂਜੀ ਹਾਂਜੀ, ਜੀ ਆਇਆਂ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਜੀ, ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਗਿਆਨੀ ਬਲਜੀਤ ਸਿੰਘ, ਬਲਕਰਨ ਸਿੰਘ ਜੀ ਗਿਆਨੀ, ਤੁਸੀਂ ਆਪਣੀ ਜਾਣ ਪਛਾਣ ਵੀ ਕਰਾ ਦਿਓ ਸਾਡੇ ਦਰਸ਼ਕਾਂ ਨੂੰ ਤੇ ਸੰਗਤਾਂ ਨੂੰ। ਹਾਂਜੀ, ਮੈਂ ਪ੍ਰਗਟ ਸਿੰਘ ਬਲ ਬੋਲਦਾ ਜੀ, ਫਰੀ ਮੌਂਡ ਤੋਂ। ਜੀ 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 ਬਲ ਸਾਹਿਬ। ਤੇ ਗੁਰੂ ਮਹਾਰਾਜ ਭਲਾ ਕਰੇ ਜੀ। ਦੀਵੇ ਥੱਲੇ ਹਨੇਰੇ ਵਾਲੀ ਗੱਲ ਆ ਜੀ, ਤੇ ਬੜਾ ਦੁਖਦਾਈ ਕਹਿ ਸਕਦੇ ਆ ਜੀ ਇਸ ਜੀ। ਜੇ ਘਰ ਦੇ ਮਾਲਕ ਹੀ ਇਦਾਂ ਦੇ ਹੋ ਗਏ ਤੇ ਬਾਕੀ ਦੁਨੀਆ ਤੋਂ ਕੀ ਆਸ ਰੱਖਾਂਗੇ ਜੀ। ਜੀ, ਇਹ ਪਰਿਵਾਰ ਤੇ ਵੇਖੋ, ਸਰਦਾਰ ਸੁੰਦਰ ਸਿੰਘ ਹੋਣੀ ਵੀ ਆਪਣੇ ਟਾਈਮ ਤੇ ਕਾਬਜ ਰਹੇ ਇਸ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ। ਜੀ ਜੀ। ਤੇ ਮਜੀਠਾ ਪਰਿਵਾਰ ਦਾ, ਮਜੀਠੇ ਦਾ ਨਾਂ ਬੜਾ ਵਾ। ਹਾਂਜੀ, ਜਦੋਂ ਤੁਸੀਂ ਹਰ ਜਿੱਥੇ ਮਤਲਬ ਰਾਜ ਭਾਗ ਚ ਇਹਨਾਂ ਦਾ ਹੱਥ ਰਿਹਾ, ਜਦੋਂ ਆਪਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਦੇ ਆ, ਉੱਥੇ ਵੀ ਲਿਖਿਆ ਹੋਇਆ ਸਰਦਾਰ ਲਹਿਣਾ ਸਿੰਘ ਮਜੀਠੀਆ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਕਰਾਈ ਹੋਈ ਲਿਖਿਆ। ਜੀ ਜੀ। ਤੇ ਮਜੀਠੀਏ ਪਰਿਵਾਰ ਦਾ ਚੰਗੇ ਕਰਮਾਂ ਜੀ ਬੜਾ ਨਾਮ ਆ, ਤੇ ਇਹ ਮੁੰਡੇ ਨੇ ਤੇ ਹੁਣੇ ਪਤਾ ਨਹੀਂ ਹੱਥ ਚੁੱਕ ਲਈ ਹੋਈ ਆ। ਹਾਂਜੀ ਹਾਂਜੀ। ਇਹ ਚੰਗਾ ਕੰਮ ਕੋਈ ਰਹਿਣ ਨਹੀਂ ਦੇਣਾ। ਜਿਹੜੇ ਜੇਤਲੀ ਸਾਹਿਬ ਨੂੰ ਜਿਤਾਉਣ ਦੇ ਨਾਅਰੇ ਮਾਰਦੇ ਆ, ਇਹ ਉਸੇ ਹੀ ਜੇਤਲੀ ਵੀ ਉਸੇ ਪਾਰਟੀ ਦਾ ਜਿਨ੍ਹਾਂ ਨੇ ਮਾਡਲ ਸ੍ਰੀ ਦਰਬਾਰ ਸਾਹਿਬ ਰਾਮਦਾਸ ਜੀ ਦਾ ਸਟੇਸ਼ਨ ਤੇ ਤੜਵਾਇਆ, ਕੋਲ ਖਲੋ ਕੇ ਤੇ ਸੀਟਾਂ ਦੀਆਂ ਡੱਬੀਆਂ ਮੂੰਹ ਨਾਲ ਲਾਈਆਂ ਹੈਗੀਆਂ ਆਪਣੇ ਗੇਟ ਨਾਲ। ਜੀ ਜੀ ਜੀ। ਉਹ ਹਰਬੰਸ ਲਾਲ ਖੰਨਾ ਨੇ ਇਹ ਤੜਵਾਇਆ ਹੀ, ਐਮਐਲਏ ਨਾਰਥ ਜ਼ੋਨ ਦਾ। ਜੀ। ਤੇ ਉਸੇ ਪਾਰਟੀ ਨੂੰ ਜਿਹੜੇ ਮਾਡਲ ਸ੍ਰੀ ਰਾਮਦਾਸ ਜੀ ਦਾ ਨਹੀਂ ਬਰਦਾਸ਼ਤ ਕਰਦੇ, ਤੇ ਉਹਨੂੰ ਉਸ ਪਾਰਟੀ ਨੂੰ ਨਾਅਰੇ ਮਾਰਨ ਡਿਆ, ਗੁਰਬਾਣੀ ਨੂੰ ਖਰਾਬ ਕਰਕੇ ਗਲਤ ਦੱਸ ਰਿਹਾ। ਜੀ ਬਲ ਸਾਹਿਬ, ਨਾਅਰੇ ਮਾਰਨੇ ਕਿਸੇ ਪਾਰਟੀ ਦੇ ਲਈ, ਕਿਸੇ ਦੇ ਹੱਕ ਵਿੱਚ ਖਿਲਾਫ, ਉਹ ਵੱਖਰੀ ਗੱਲ ਹੈ, ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਵਿਚਾਰ ਹੋ ਸਕਦੇ ਹੈ। ਪਰ ਮੁੱਦਾ ਇਸ ਵੇਲੇ ਤਾਂ ਇਹ ਹੈ ਕਿ ਕੀ ਗੁਰਬਾਣੀ ਨੂੰ ਇਦਾਂ ਪੇਸ਼ ਕੀਤਾ ਜਾ ਸਕਦਾ, ਕਿ ਗੁਰਬਾਣੀ ਨੂੰ ਇਸ ਤਰੀਕੇ ਨਾਲ ਗਲਤ ਵਰਤੋਂ ਕੀਤੀ ਜਾ ਸਕਦੀ? ਤੁਹਾਡਾ ਕੀ ਵਿਚਾਰ ਹੈ ਜੋ ਬਲ ਸਾਹਿਬ ਨੇ ਕਿਹਾ? ਗਿਆਨੀ ਇਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਿ ਦੇਖੋ, ਜੇ ਮਾਲਕ ਹੀ ਇਸ ਤਰ੍ਹਾਂ ਹੋਣਗੇ ਉਸ ਘਰ ਦੇ, ਜਿਹੜੇ ਮਤਲਬ ਇੱਕ ਕਿਸਮ ਨਾਲ ਉਹ ਮੈਨੇਜ ਕਰ ਰਹੇ ਨੇ ਸਾਰਾ ਕੁਝ ਉੱਥੇ। ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਹੁਣ ਬਾਦਲ ਸਾਹਿਬ ਮੈਨੇਜ ਕਰਦੇ ਨੇ ਸਾਰੀ ਸਾਡੀ ਜੋ ਇੱਕ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ। ਤਾਂ ਸ਼੍ਰੋਮਣੀ ਕਮੇਟੀ ਜਿਹੜੀ ਬਣਦੀ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੁੰਦੀ ਹੈ। ਔਰ ਐਕਚੁਅਲੀ ਜਦੋਂ ਇਹ ਦੋਨੇ ਸੰਸਥਾਵਾਂ ਸਾਡੀਆਂ ਬਣਾਈਆਂ ਗਈਆਂ ਸੀ, ਇਹਨਾਂ ਦਾ ਮੇਨ ਉਦੇਸ਼ ਵੀ ਇਹੀ ਸੀ। ਸ਼੍ਰੋਮਣੀ ਕਮੇਟੀ ਬਣਾਈ ਗਈ ਸੀ ਧਾਰਮਿਕ ਮਸਲਿਆਂ ਵਾਸਤੇ, ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਆਰਗੇਨਾਈਜ਼ ਕਰਨ ਵਾਸਤੇ, ਜਾਂ ਇੰਜ ਕਹਿ ਲਓ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਹੀ ਅਕਾਲੀ ਦਲ ਵੀ ਬਣਾਇਆ ਗਿਆ ਸੀ। ਇਹ ਦੋਨੇ ਸ਼ੁਰੂ ਤੋਂ ਹੀ ਆਪਸ ਵਿੱਚ ਲਿੰਕਡ ਸੀਗੀਆਂ। ਤਾਂ ਇਹਨਾਂ ਨੇ ਬੜੀ ਸੋਹਣੀ ਗੱਲ ਕਹੀ ਹੈ ਵੀ ਜਿਨ੍ਹਾਂ ਨੇ ਉੱਥੇ ਬੈਠ ਕੇ ਆਰਗੇਨਾਈਜ਼ ਕਰਨਾ ਸਾਰਾ ਕੁਝ ਮੈਨੇਜ ਕਰਨਾ ਹੈ,
ਜੇ ਉਹ ਇਸ ਤਰ੍ਹਾਂ ਦੀਆਂ ਸੀਰੀਅਸ ਗਲਤੀਆਂ ਕਰ ਰਹੇ ਨੇ ਤਾਂ ਫਿਰ ਅਸੀਂ ਹੋਰ ਕਿਸੇ ਨੂੰ ਕੀ ਕਵਾਂਗੇ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਦੋਨਾਂ ਦੀ ਜ਼ਿੰਮੇਵਾਰੀ ਹੈ ਇਹੋ ਜੀ ਚੀਜ਼ਾਂ ਨੂੰ ਰੋਕਣ। ਬਿਲਕੁਲ ਜੀ, ਉਹਨਾਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਜੀ। ਅਸੀਂ ਇੱਕ ਹੋਰ ਕਾਲ ਲਵਾਂਗੇ। ਹੈਲੋ ਹੈਲੋ। ਲਾਂਬਾ ਜੀ ਦਾ ਖਾਲਸਾ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਜੀ, ਬਹੁਤ ਸਿੱਖ ਕੌਮ ਵਾਸਤੇ ਅੱਜ ਮੈਂ ਕਹੂੰਗਾ ਕਿ ਮਾੜਾ ਦਿਨ। ਜੀ 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 ਤੇ ਜੋ ਮਜੀਠੀਏ ਉੱਠ ਕੇ ਇਹੋ ਜਿਹੀਆਂ ਗੱਲਾਂ ਕਰਦੇ ਫਿਰਦੇ ਨੇ ਜੀ। ਤੁਸੀਂ ਪੁੱਛ ਰਹੇ ਸੀ ਹੋਣਾ ਕੁਛ ਨਹੀਂ ਹੋਣਾ, ਇਸ ਕਰਕੇ ਕੁਛ ਨਹੀਂ ਜੀ, ਕਿਉਂਕਿ ਸਾਡੇ ਜਥੇਦਾਰ ਸਾਹਿਬ ਨੇ ਜਿਹੜੇ ਉਹ ਬਾਦਲਾਂ ਦੇ ਲਿਫਾਫੇ ਚੋਂ ਨਿਕਲਦੇ ਨੇ ਜੀ। ਹੋਣਾ ਇਹ ਚਾਹੀਦਾ ਕਿ ਪਹਿਲੀ ਗੱਲ ਤਾਂ ਜਿੰਨੀ ਸਾਡੀ ਸੰਗਤ ਆ ਜੀ ਉਹਨੂੰ ਇਹਨਾਂ ਦਾ ਅਕਾਲੀ ਦਲ ਦਾ ਪੂਰੇ ਪੰਜਾਬ ਚੋਂ ਬਾਈਕਾਟ ਕਰਨਾ ਚਾਹੀਦਾ ਜੀ। ਫਿਰ ਇਸ ਮਜੀਠੀਏ ਨੂੰ ਸਜ਼ਾ ਲਾਉਣੀ ਚਾਹੀਦੀ ਆ, ਇਹਨੂੰ ਪੰਥ ਚੋਂ ਛੇਕਣਾ ਚਾਹੀਦਾ ਜੀ। ਪਰ ਕੀ ਇਹ ਹੋਊਗਾ? ਇਹ ਹੋਣਾ ਬਹੁਤ ਮੁਸ਼ਕਲ ਆ ਜੀ। ਮੁਸ਼ਕਲ ਇਸ ਕਰਕੇ ਆ ਕਿ ਸਾਡੀ ਕੌਮ ਲਈ ਕਹਿ ਲਈਏ ਕਿ ਇਹ ਜਿਹੜੇ ਦਿਨ ਚੱਲ ਰਹੇ ਨੇ ਏਦਾਂ ਦੇ ਚੱਲ ਰਹੇ ਨੇ ਕਿ ਸਾਡੇ ਜਥੇਦਾਰ ਸਾਹਿਬ ਜੀ ਵੀ ਉਹਨਾਂ ਹੀ ਬਾਦਲਾਂ ਦੇ ਕਹੇ ਤੇ ਗੱਲ ਕਰਦੇ ਨੇ ਜਿਹੜੇ ਬਾਦਲ ਇਹ ਗੱਲਾਂ ਕਰਦੇ ਨੇ। ਇਹ ਦਿਨ ਦੂਰ ਨਹੀਂ, ਸਾਡੇ ਵਿਦੇਸ਼ੀ ਨੂੰ ਜਾਗਣਾ ਚਾਹੀਦਾ ਜੀ ਤੇ ਸਾਡੇ ਪੰਜਾਬ ਵਿੱਚ ਬੈਠੇ ਰਿਸ਼ਤੇ ਨੂੰ ਜਗਾਉਣਾ ਚਾਹੀਦਾ। ਉਹ ਦਿਨ ਬਹੁਤ ਨੇੜੇ ਨੇ, ਦੂਰ ਨਹੀਂ, ਜਦੋਂ RSS ਵਰਗੀ ਸੰਸਥਾ ਨੂੰ ਵੀ ਇਹਨਾਂ ਨੇ ਮਾਨਤਾ ਇੱਕ ਦਿਨ ਦੇ ਦੇਣੀ ਹੈ ਜੀ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਿੰਨੀ ਦੇਰ ਤੱਕ ਸੰਗਤ ਖੁਦ ਜਾਗਰੂਕ ਨਹੀਂ ਹੋਏਗੀ, ਯਾਨੀ ਉਹ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਨੇ ਨਾਨਕ ਸਭ ਕੁਛ ਤੁਮਰੇ ਹੱਥ ਮੇਂ, ਜਿਹੜੀ ਗੱਲ ਹੈ ਇਹਦਾ ਮਤਲਬ ਸੰਗਤ ਜਾਗਰੂਕ ਹੋ ਕੇ ਫਿਰ ਕੋਈ ਕਾਰਵਾਈ ਕਰੇ ਤਾਂ ਕੁਝ ਹੱਲ ਬਣੇਗਾ ਜੀ। ਸੰਗਤ ਦੀ ਕਾਰਵਾਈ ਤੋਂ ਬਿਨਾਂ ਲਾਂਬਾ ਜੀ ਕੁਝ ਨਹੀਂ ਹੋਣਾ। ਬਿਲਕੁਲ ਬਿਲਕੁਲ। ਅਸੀਂ ਗੱਲਾਂ ਕਰਦੇ ਹਾਂ ਕਿ ਪੁਰਾਣੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਗੁਰਬਾਣੀ ਬਾਰੇ ਕੁਝ ਤੋੜ ਮੋੜ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕੀ ਅਸਰ ਹੋਇਆ ਜੀ ਜੀ। ਇਹਨਾਂ ਦਾ ਤਾਂ ਕੁਝ ਅਸਰ ਹੀ ਨਹੀਂ ਹੋਣਾ। ਇਦੋਂ ਤੱਕ ਕੱਲ ਨੂੰ ਸਾਡੇ ਜਿਹੜੇ ਸਿੱਖ ਵੀਰ ਨੇ ਇਹਨਾਂ ਦੇ ਜਿਹੜੇ ਮਗਰ ਲੱਗੇ ਫਿਰਦੇ ਨੇ, ਕੱਲ ਨੂੰ ਫੇਰ ਮਜੀਠੀਆ ਜਿੰਦਾਬਾਦ ਦੇ ਨਾਲ ਮਾਰਨਗੇ। ਚਲੋ, ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਮੈਂ ਬਲਜਿੰਦਰ ਸਿੰਘ ਨਿਊਯਾਰਕ ਤੋਂ ਬੋਲ ਰਿਹਾ ਜੀ। ਜੀ ਜੀ ਬਲਜਿੰਦਰ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਹਾਂਜੀ, ਆਪ ਜੀ ਨੇ ਜੋ ਜੇ ਖਬਰ ਸੁਣਾਈ ਆ, ਸੱਚੀ ਬਹੁਤ ਹਿਰਦਾ ਦੁਖੀ ਹੋਇਆ ਵਾ ਜੀ। ਬਾਕੀ ਗੱਲ ਤੁਹਾਡਾ ਸਵਾਲ ਸੀ ਕਿ ਕੀ ਇੰਜ ਹੋਏਗਾ ਕਿ ਮਾਫੀ ਮੰਗਣ ਜਾਏਗਾ ਜਾਂ ਮਾਫੀ ਮਿਲੇਗੀ ਜੀ। ਸਵਾਲ ਇਹ ਆ ਕਿ ਗੁਰੂ ਇਤਿਹਾਸ ਕੀ ਕਹਿੰਦਾ ਵਾ ਕਿ ਇਹੋ ਜਿਹੇ ਜਿਹੜੀ ਬੱਜਰ ਕਰਾਇਤ ਕਰਦੇ ਨੇ ਕਿ ਉਹਨਾਂ ਨੂੰ ਮਾਫੀ ਗੁਰੂ ਇਤਿਹਾਸ ਦੇ ਵਿੱਚ ਮਿਲੀ ਸੀ। ਜੇ ਰਾਮ ਰਾਏ ਨੂੰ ਨਹੀਂ ਮਿਲੀ, ਇਹ ਮੰਗਣ ਚਲੇ ਵੀ ਜਾਵੇ ਤੇ ਕੀ ਇਹਨੂੰ ਮਿਲਣੀ ਚਾਹੀਦੀ ਆ? ਸਵਾਲ ਇੱਥੇ ਆਣ ਕੇ ਮੇਰੇ ਹਿਸਾਬ ਨਾਲ ਖੜਾ ਹੁੰਦਾ ਵਾ। ਜੇ ਗੁਰੂ ਇਤਿਹਾਸ ਨੂੰ ਆਪਾਂ ਪਰਖਾਂਗੇ ਤੇ ਗੁਰੂ ਸਾਹਿਬ ਨੇ ਜਿਵੇਂ ਆਪ ਜੀ ਨੇ ਫਰਮਾਇਆ ਹੀ ਆ ਕਿ ਉਹਨਾਂ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਦਿੱਤਾ ਸੀ, ਕਹਿੰਦੇ ਮਾਫੀ ਮੰਗਣੀ ਜਾਂ ਦੇਣੀ ਇਹ ਤੇ ਇੱਕ ਵੱਖਰਾ ਵਿਸ਼ਾ ਵਾ। ਬਾਕੀ ਜਿੱਥੋਂ ਤੱਕ ਗੱਲ ਆ ਕਿ ਇਸ ਖਾਲਸੇ ਨੇ ਅੱਗੇ ਵੀ ਇਹੋ ਜਿਹੇ ਬੰਦਿਆਂ ਦੇ ਨਾਲ ਨਜਿੱਠਿਆ ਵਾ ਤੇ ਜਿਵੇਂ ਨਿਰੰਕਾਰੀ ਮੁਖੀ ਸੀਗਾ ਜਾਂ ਲਾਲਾ ਜਗਤ ਨਾਰਾਇਣ, ਜਿਨ੍ਹਾਂ ਨੇ ਗੁਰੂ ਸਾਹਿਬਾਂ ਤੱਕ ਇਹੋ ਜਿਹੇ ਪਹੁੰਚੇ, ਤੇ ਇਹ ਜਿਹੜੀ ਚੀਜ਼ ਹੈ ਨਾ, ਇਹ ਮਾਫੀਆਂ ਮੰਗਣ ਤੋਂ ਮੇਰੇ ਖਿਆਲ ਦੇ ਵਿੱਚ ਵੱਡੀ ਕਰਾਇਤ ਆ। ਇਸ ਗੱਲ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ ਵਾ। ਬਾਦਲ ਜਿਹੜਾ ਵਾ ਉਹ ਗੁਰੂ ਸਾਹਿਬ ਤੋਂ ਵੱਡਾ ਨਹੀਂ ਆ ਕਿ ਉਹ ਮਾਫੀ ਮੰਗਾ ਸਕਦਾ ਵਾ ਜੀ। ਤੁਹਾਡੀ ਗੱਲ, ਜਿਹੜੇ ਤੁਹਾਡੇ ਵਿਚਾਰ, ਇਹਦੇ ਚ ਮੈਂ ਜ਼ਰੂਰ ਇੱਕ ਗੱਲ ਕਹਿਣੀ ਚਾਹਾਂਗਾ। ਅੱਜ ਵੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਅੰਕਿਤ ਹੈ ਕਿ ਧੀਰ ਮਲੀਏ, ਰਾਮ ਰਾਈਏ, ਉਹਨਾਂ ਦਾ ਵੀ ਇਹੀ ਦੋਸ਼ ਸੀ, ਪਰ ਉਹਦੇ ਵਿੱਚ ਸਾਡੀ ਮਰਿਆਦਾ ਜਿਹੜੀ ਬਣੀ ਹੈ ਪੰਥ ਦੀ, ਉਹਦੇ 'ਚ ਇਹ ਸੀ ਕਿ ਅੱਜ ਵੀ ਧੀਰ ਮਲੀਏ, ਰਾਮ ਰਾਈਏ, ਜਿਹੜੇ ਇਦਾਂ ਦੇ ਪੰਥ ਵਿਰੋਧੀ ਹੈ, ਅੱਜ ਵੀ ਜੇਕਰ ਮੁੜ ਅਕਾਲ ਤਖਤ ਸਾਹਿਬ ਦੀ ਸ਼ਰਨ ਆ ਜਾਣ ਤੇ ਉਹਨਾਂ ਨੂੰ ਉਹ ਮਾਫੀ ਦਿੱਤੀ ਜਾ ਸਕਦੀ ਹੈ। ਪਰ ਸ਼ਰਤ ਇੱਕ ਹੈ, ਕੋਈ ਨਿੱਜੀ ਵਿਅਕਤੀ ਨਹੀਂ ਦੇ ਸਕਦਾ, ਕੋਈ ਨਿੱਜੀ ਪਾਰਟੀ ਨਹੀਂ ਦੇ ਸਕਦੀ, ਜਾਂ ਖਾਲੀ ਲਫ਼ਜ਼ਾਂ ਦੇ ਨਾਲ ਕਿਹਾ ਜਾਏ ਕਿ ਹਾਂ ਚਲੋ ਜੀ ਹੋ ਗਿਆ। ਮੈਨੂੰ ਯਾਦ ਹੈ ਜਿਵੇਂ ਬੰਗਾਲ ਅਸੈਂਬਲੀ ਦੇ ਵਿੱਚ ਇੱਕ ਵਾਰੀ ਕਿਸੇ MLA ਨੇ ਕਿਸੇ ਦੂਜੇ ਨੂੰ ਮੁੱਕਾ ਮਾਰ ਦਿੱਤਾ, ਸਪੀਕਰ ਨੇ ਕਿਹਾ ਯੂ ਵਿਡਰਾ, ਕਹਿੰਦਾ ਆਈ ਵਿਡਰਾ। ਸੋ ਇਦਾਂ ਦੀ ਕਹਿ ਦੇਣਾ ਜੀ ਹੋ ਗਿਆ। ਮੇਰਾ ਖਿਆਲ ਹੈ, ਤੁਹਾਡਾ ਕੀ ਵਿਚਾਰ ਹੈ ਗਿਆਨੀ ਜੀ? ਇਹਦਾ ਹੁਣ ਐਕਚੁਅਲੀ ਇਹ ਇੱਕ ਰੀਅਲ ਟੈਸਟ ਵੀ ਹੋਏਗਾ ਸਾਡੀ ਸੁਪਰੀਮ ਅਥਾਰਟੀ ਵਾਸਤੇ, ਜਥੇਦਾਰ ਸਾਹਿਬ ਵਾਸਤੇ ਜੀ, ਵੀ ਉਹ ਇਸ ਨੂੰ ਕਿਸ ਤਰ੍ਹਾਂ ਅੱਗੋਂ ਇਹਨੂੰ ਲੈਂਦੇ ਨੇ, ਅੱਗੋਂ ਕੀ ਇਹਦਾ ਰਿਐਕਸ਼ਨ ਦਿੰਦੇ ਨੇ। ਤਾਂ ਇਹ ਉਹਨਾਂ ਵਾਸਤੇ ਵੀ ਹੁਣ ਇਹ ਬਹੁਤ ਸੀਰੀਅਸ ਮਸਲਾ ਹੈ ਤੇ ਬੜਾ ਉਹਨਾਂ ਦੀ ਪ੍ਰੀਖਿਆ ਦੀ ਘੜੀ ਆ ਉਹਨਾਂ ਵਾਸਤੇ ਵੀ ਇਹ। ਤੇ ਹੁਣ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕਿਸ ਤਰ੍ਹਾਂ ਇਹਨੂੰ ਲੈਂਦੇ ਨੇ, ਕੀ ਮੰਗਦੇ ਨੇ ਉਹਨਾਂ ਤੋਂ।
ਮਾਫੀ ਮੰਗਦੇ ਨੇ ਵੀ ਮਾਫੀ ਲੈਣ ਮੰਗਣ ਆ ਕੇ, ਜਾਂ ਉੱਥੇ ਬੈਠ ਕੇ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਤੇ ਬੈਠ ਕੇ ਕੋਈ ਉਹ ਵਿਚਾਰ ਇਸ ਵਿਸ਼ੇ ਤੇ, ਕਿਉਂਕਿ ਮੈਨੂੰ ਪੂਰੀ ਉਮੀਦ ਹੈ ਵਿਚਾਰ ਤੇ ਇਸ ਵਿਸ਼ੇ ਤੇ ਹੋਏਗੀ, ਕਿਉਂਕਿ ਸਾਰੀ ਸੰਗਤ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਤੇ ਸੰਗਤ ਜਿਸ ਤਰ੍ਹਾਂ ਇੱਥੇ ਸੰਗਤ ਆਪਾਂ ਨੂੰ ਫੋਨ ਕਰ ਰਹੀ ਹੈ, ਤਾਂ ਇੰਡੀਆ ਵਿੱਚ ਵੀ ਸੰਗਤ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈ ਰਹੀ ਹੋਗੀ। ਉਹ ਤਾਂ ਉਹਨਾਂ ਨੂੰ ਮਸਲੇ ਨੂੰ ਤਾਂ ਲੈਣਾ ਪਏਗਾ ਸੀਰੀਅਸਲੀ, ਪਰ ਹੁਣ ਉਹ ਕਿਸ ਵੇਚ ਲੈਂਦੇ ਨੇ, ਉਹ ਉਹਨਾਂ ਨੂੰ ਮਾਫੀ ਵਾਸਤੇ ਬੁਲਾਉਂਦੇ ਨੇ ਜਾਂ ਇਸ ਦੇ ਇਲਾਵਾ ਕੋਈ ਹੋਰ ਉਹ ਸਟੈਂਡ ਲੈਂਦੇ ਨੇ। ਕੀ ਸਾਡੇ ਜਥੇਦਾਰ ਸਾਹਿਬ ਉਹ ਉੱਥੋਂ ਕੀ ਹੁਕਮ ਜਾਰੀ ਹੁੰਦਾ ਹੈ, ਉਹ ਇਹਦੀ ਸਾਨੂੰ ਇੰਤਜ਼ਾਰ ਕਰਨਾ ਪਏਗਾ, ਫਿਰ ਉਸ ਤੋਂ ਅੱਗੇ ਕੁਝ ਗੱਲ ਦਾ ਪਤਾ ਲੱਗਣਾ ਹੈ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ। ਔਰ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਲਫ਼ਜ਼ ਗੁਰਬਾਣੀ ਦੀ ਤੋੜ ਮਰੋੜ ਕੀਤੀ ਹੈ, ਜਿਹੜੀ ਕਦਾਚਿਤ ਵੀ ਕਿਸੇ ਵੀ ਪੱਖੋਂ ਉਹਨੂੰ ਜਾਇਜ਼ ਤਾਂ ਕਰਾਰ ਦੇਣਾ ਤੇ ਕੀ ਉਹ ਬੋਲੇ ਵੀ ਔਰ ਸੁਣੇ ਨਹੀਂ ਜਾ ਸਕਦੇ, ਇਹਦੇ ਉੱਤੇ ਤੁਹਾਡੇ ਵਿਚਾਰ ਗਿਆਨੀ ਜੀ ਦੇ ਨਾਲ, ਗਿਆਨੀ ਬਲਕਰਨ ਸਿੰਘ ਜੀ ਨਾਲ ਸਾਡੇ ਸਾਂਝੇ ਕਰ ਰਹੇ ਹਾਂ। ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਨੇ ਆ, ਤੁਸੀਂ ਸਾਡੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਕਾਰ ਸਿੰਘ ਸੰਨਾ ਬੋਲ ਰਿਹਾ। ਸੰਨਾ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਜਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਸਮੂਹ ਜਗਤ ਨੂੰ ਹੱਥ ਜੋੜ ਕੇ ਬੇਨਤੀ ਹੈ, 26 ਤਰੀਕ ਦਿਨ ਸ਼ਨੀਵਾਰ ਮਨਾਟਨ ਵਿਖੇ ਸਿੱਖ ਪਰੇਡ ਨਿਕਲ ਰਹੀ ਹੈ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੋਮੋ ਆ ਕੇ ਪਹੁੰਚੋ ਅਤੇ ਰੌਣਕਾਂ ਵਧਾਓ ਤੇ ਗੈਟ ਪੰਜਾਬੀ ਦਾ ਇਪਨ ਰਮਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਰਬਾਰ ਸਿੰਘ ਚੀਮਾ, ਪ੍ਰਧਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸਿੱਖ ਜਨ ਨੂੰ 27ਵੀਂ ਸਿੱਖ ਡੇ ਪਰੇਡ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਅੱਜ ਠਾਠਾ ਮਾਰ ਦਾ ਇਕੱਠ ਜਿਹੜਾ ਕਿ 37 ਸਟਰੀਟ ਮੈਡੀਸਨ ਤੋਂ ਚੱਲ ਕੇ 23 ਸਟਰੀਟ ਤੇ ਨਗਰ ਕੀਰਤਨ ਪਹੁੰਚ ਰਿਹਾ ਹੈ, ਤੇ ਸਮੂਹ ਸਿੱਖ ਜਗਤ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे साथ चलो मेरे साथियों, चटपट की दुनिया के मजे लूट लो। पापा मम्मी दादा दादी फ्रेंड्स को बुलाओ, चटपट के मैजिक में सभी खो जाओ। चटपट के मैजिक, चटपट के मैजिक, बिगी लाइफ में ले आओ मजा। चटपट सा मैजिकल टेस्ट भरा, बोरिंग दही को बनाओ इंटरेस्टिंग। पूरी पे डालो ये मैजिकल स्प्रिंकलिंग, अकेले खाओ या सभी के साथ खाओ। चटपट की दुनिया में सभी खो जाओ, खाने के साथ या इवनिंग टाइम स्नैक, मजा आए तब जब खुले ये चटपट का पैक। चटपट गायब हो जाए चटपट। सुबह से लेकर रात तक अमन टेल से बात करो। अमन टेल। Call India only for 1 cent per minute. Call Pakistan 6.9 cents. Call Bangladesh 1.9 cents. Call Nepal 7.9 cents. Talk for a minute, pay for a minute. Pinless service. अमन टेल है साथ सारा। अमन टेल दी बल्ले बल्ले जब आयो शरण तुम्हारी, आयो शरण तुम्हारी, आयो शरण तुम्हारी, आयो सत बोल सत बोल सत बोल सत बोल। ਅੱਧਾ ਘੰਟਾ ਖੜਾ ਰਿਹਾ, ਐਦਾਂ ਅਰਦਾਸਾਂ ਵੀ ਕੀਤੀਆਂ, ਪਤਾਸੇ ਵੀ ਚੜਾਏ। ਮੈਨੂੰ ਇੱਧਰ ਆ ਕੇ ਜਵਾਬ ਦੇ ਵੀ ਕੀ ਸਿੱਖਿਆ? ਕੁਝ ਵੀ ਨਹੀਂ। ਮੈਨੂੰ ਸਵਾਲ ਕਰ, ਮੈਨੂੰ ਸਿੱਖ ਨੂੰ ਸਵਾਲ ਕਰ, ਕਿਸੇ ਨੂੰ ਚੜ੍ਹਦੀ ਕਲਾ ਵਾਲੇ ਨੂੰ ਸਵਾਲ ਕਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਿਆ? ਮੈਂ ਤੈਨੂੰ ਪੁੱਛਿਆ ਕਿਉਂ ਟੇਕਿਆ? ਕੀ ਮਿਲਿਆ? ਕੁਝ ਵੀ ਨਹੀਂ। ਮੈਨੂੰ ਪੁੱਛ ਕਿਉਂ ਟੇਕਿਆ? ਤਾਂ ਟੇਕਿਆ ਇਹੋ ਜਿਹੇ ਬਚਨ ਨਹੀਂ ਸੁਣਾਏ ਕਿਸੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਿਆ, ਐਸੀ ਦਲੀਲ ਨਹੀਂ ਦਿੱਤੀ ਕਿਸੇ ਨੇ, ਐਸੀ ਜੀਵਨ ਜਾਚ ਨਹੀਂ ਦਿੰਦਾ ਕੋਈ, ਮੈਂ ਕਿਉਂ ਨਾ ਟੇਕਾਂ। ਸਬਸਕ੍ਰਾਈਬ ਕਰਨ ਲਈ ਕਾਲ ਕਰੋ 1844 455 66527। You've worked hard for your money.
You deserve to feel secure about your bank. At Indus American Bank, our focus is to build relationships on trust and integrity. Unlike other banks, we speak your language, and our professional staff is here not just to meet your expectations, but to exceed them. Forget fees and start doing the most with your money. Online banking and bill pay, money transfers, and totally free checking. Come to Indus. Let's grow together. Visit us at these convenient locations or log on to indusamericanbank.com. Member FDIC. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮੁਖਤਿਆਰ ਸਿੰਘ ਘੁੰਮਣ ਸਿੱਖ ਕਲਚਰ ਸੁਸਾਇਟੀ ਨਾਲ ਬੇਨਤੀ ਕਰ ਰਹੇ ਹਾਂ ਅਸੀਂ ਸਾਰੀ ਸਾਧ ਸੰਗਤ ਨੂੰ, ਮਨਹੈਟਨ ਦੀ ਜੋ ਪਰੇਡ 27ਵੀਂ ਪਰੇਡ ਜੋ ਮਨਹੈਟਨ 38 ਸਟਰੀਟ ਤੋਂ ਨਿਕਲਦੀ ਹੈ ਉਸ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਸ਼ਾਮਲ ਹੋਵੋ ਤਾਂ ਕਿ ਅਸੀਂ ਇਹ ਸੰਸਾਰ ਨੂੰ ਦੱਸ ਸਕੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਇਹ ਜੋ ਸੰਸਾਰ ਹੈ ਇਹ ਕਲੇਸ਼ਾਂ ਦੇ ਵਿੱਚ ਹੈ, ਦੁਬਿਧਾ ਦੇ ਵਿੱਚ ਹੈ, ਆਪਣਾ ਜੀਵਨ ਖੋ ਰਿਹਾ ਗਿਆਨ ਤੋਂ ਬਿਨਾਂ, ਤਾਂ ਕਿ ਅਸੀਂ ਆਪਣੇ ਗੁਰਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰ ਸਕੀਏ। ਦਾਸ ਵੱਲੋਂ ਸਾਰਿਆਂ ਨੂੰ ਪੁਰਜੋਰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਪਰੇਡ ਵਿੱਚ ਆਓ, ਹਿੱਸਾ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹੱਲ ਵੱਲੋਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਿਆਟਨ ਵਿਖੇ ਕੱਢੀ ਜਾ ਰਹੀ ਹੈ। ਇਹ ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਬਹੁਤ ਹੀ ਗੰਭੀਰ ਧਾਰਮਿਕ ਪੰਥਕ ਮਸਲੇ ਦੇ ਉੱਤੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਮੇਰੇ ਨਾਲ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਏ ਗਿਆਨੀ ਬਲਕਰਨ ਸਿੰਘ ਜੀ ਵੀ ਸਾਡੇ ਨਾਲ ਸ਼ਾਮਲ ਹਨ ਔਰ ਆਪਣੇ ਵਿਚਾਰ ਦੇ ਰਹੇ ਹਨ। ਮਸਲਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਉਹ ਲਫ਼ਜ਼ ਜਿਹੜਾ ਕਿਸੇ ਦੁਨਿਆਵੀ ਵਿਅਕਤੀ ਦੀ ਉਹਦੀ ਹਮਾਇਤ ਵਿੱਚ ਸ਼ਾਨ ਵਿੱਚ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਦੇਣਾ, ਇਹ ਕਿੰਨਾ ਕੁ ਗੰਭੀਰ ਹੈ, ਫੈਸਲਾ ਤੁਹਾਡੇ ਹੱਥ ਹੈ। ਭਾਈ ਸੰਤੋਖ ਸਿੰਘ ਜੀ, ਕਾਵ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਗੁਰੂ ਸਾਹਿਬ ਦੇ ਹਵਾਲੇ ਨਾਲ ਕਹਿੰਦੇ ਹਨ ਕਿ ਗੁਰੂ ਸਾਹਿਬ ਦਾ ਹੁਕਮ ਹੈ, ਜਿਨ ਪੈ ਅਦਬ ਨਾ ਬਾਣੀ ਧਾਰਾ ਸੋ ਜਾਣੋ ਨਹੀਂ ਸਿੱਖ ਹਮਾਰਾ। ਜਿਸ ਨੂੰ ਬਾਣੀ ਦਾ ਅਦਬ ਔਰ ਭੈ ਨਹੀਂ ਹੈ, ਦੋਨੋਂ ਚੀਜ਼ਾਂ ਸਤਕਾਰ ਵੀ ਔਰ ਭੈ ਵੀ ਨਹੀਂ ਹੈ, ਉਹ ਸਿੱਖ ਹੀ ਨਹੀਂ ਹੈ। ਸੋ ਅੱਜ ਅਦਬ ਔਰ ਭੈ ਦੋਨਾਂ ਦੇ ਉੱਤੇ ਇਹ ਜੋ ਗੱਲਬਾਤ ਹੋਈ ਹੈ, ਹਮਲਾ ਹੋਇਆ, ਉਹਦੇ ਬਾਰੇ ਅਸੀਂ ਤੁਹਾਡੇ ਵਿਚਾਰ ਵੀ ਜਾਣਨਾ ਚਾਹੁੰਦੇ ਹਾਂ। ਪਰ ਇਸ ਤੋਂ ਪਹਿਲਾਂ ਇਹ ਛੋਟੀ ਜਿਹੀ ਕਲਿੱਪ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਹੋਇਆ ਕੀ ਔਰ ਕਿਹਾ ਕੀ ਹੈ ਬਿਕਰਮਜੀਤ ਸਿੰਘ ਮਜੀਠੀਆ ਨੇ। मैं जी गल कहने लगे सारे ने दोवें हाथ खड़े करके मेरे नाल इन्हां शब्दां नूं पढ़ना मेरे नाल देश शिवा पर कोए शुभ कर्मन ते कबूल न करूं न करूं सो जब जाए लड़ूं निश्चय कर अरुण जेटली की चिंत करूं। सो ਤੁਸੀਂ ਸੁਣ ਲਿਆ ਕਿਹੜੇ ਲਫ਼ਜ਼। ਅਸੀਂ ਇਸ ਨੂੰ ਸੁਣਾਉਣਾ ਵੀ ਨਹੀਂ ਚਾਹੁੰਦੇ ਪਰ ਮਜਬੂਰੀ ਹੈ, ਕਿਉਂਕਿ ਜੇਕਰ ਅਗਰ ਇਹ ਗੁਸਤਾਖੀ ਨਾ ਕਰੀਏ ਤਾਂ ਫਿਰ ਤੁਹਾਡੇ ਤੱਕ ਗੱਲ ਪਹੁੰਚੇਗੀ ਵੀ ਨਹੀਂ। ਅਸੀਂ ਆਪਣੀ ਗੱਲ ਹੋਰ ਕਰਨ ਤੋਂ ਪਹਿਲਾਂ ਤੁਹਾਡੇ ਵਿਚਾਰ ਨਾਲ ਜ਼ਰੂਰ ਲਵਾਂਗੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਲਾਂਬਾ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਭਾਈ ਸਾਹਿਬ? हाँ जी, मैं कुलवंत सिंह बोलता पेंसिल्वानिया तो। जी भाई साहब जी।
ਹਾਂਜੀ ਅੱਜ ਤਾਂ ਇਹ ਆ ਸੁਣ ਕੇ ਬਹੁਤ ਹੀ ਮਨ ਖਰਾਬ ਹੋਇਆ ਜੀ। ਹਾਂਜੀ ਤੇ ਇਹਨਾਂ ਨੂੰ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਾਲਾਂ ਸਾਰੇ ਅਮਰੀਕਾ ਕੈਨੇਡਾ ਤੋਂ ਕਾਲਾਂ ਕਰਨੀਆਂ ਚਾਹੀਦੀਆਂ ਨੇ ਵੀ ਇਹਨਾਂ ਨੂੰ ਤੁਸੀਂ ਕਟਹਿਰੇ 'ਚ ਖੜਾ ਕਰੋ। ਜੀ ਜੀ ਜੀ। ਹਾਂਜੀ ਤੇ ਬਾਕੀ ਇਹ ਸਿੱਖ ਨਹੀਂ ਜੀ ਹੈਗੇ, ਇਹ RSS ਦੀ ਦੂਜੀ ਕਾਪੀ ਹੈ ਜੀ। ਤੇ ਬਾਕੀ ਇਹ ਬਾਦਲ ਉਹਨਾਂ ਨੇ ਜਦ ਉਹਨੇ ਚੋਲਾ ਪਾਇਆ ਸੱਚੇ ਸੌਦੇ ਦੇ, ਇਹਨਾਂ ਨੇ ਆਪ ਸਮਾ ਕੇ ਪਾਇਆ ਬਾਦਲ ਉਹਨਾਂ ਨੇ। ਇਹ ਜੁੰਡਲੀ RSS ਦੀ ਹੈ, ਇਹ ਸਿੱਖ ਨਹੀਂ ਹੈ, ਸਿਰਫ ਭੇਸ ਹੈ ਸਿੱਖਾਂ ਦਾ ਜੀ। ਖੈਰ ਉਹ ਇੱਕ ਬਿਲਕੁਲ ਵੱਖਰਾ, ਅਸੀਂ ਜੇਕਰ ਆਪਣੇ ਆਪ ਨੂੰ ਇਹਦੇ ਤੱਕ ਮਹਿਦੂਦ ਕਰੀਏ, ਪਰ ਜੇ ਤੁਸੀਂ ਅਗਰ ਇਹ ਕਹਿ ਰਹੇ ਹੋ ਕਿ ਇਹ ਸਿੱਖ ਹੀ ਨਹੀਂ ਹੈ ਤਾਂ ਫਿਰ ਜਿਹੜੀ ਮਰਿਆਦਾ ਮੁਤਾਬਕ ਕਿਸੇ ਗੈਰ ਸਿੱਖ ਨੂੰ ਦਾ ਅਕਾਲ ਤਖਤ ਸਾਹਿਬ ਤੇ ਸੱਦਿਆ ਹੀ ਨਹੀਂ ਜਾ ਸਕਦਾ। ਇਹ ਤਾਂ ਜੇ ਅਗਰ ਇਹ ਕਹਿ ਦਈਏ ਫਿਰ ਤਾਂ ਇਹ ਦੁਬਦਾ ਹੋਰ ਨਵੀਂ ਖੜੀ ਹੋ ਜਾਏਗੀ, ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਕੇਵਲ ਸਿੱਖ ਨੂੰ ਹੀ ਸੱਦਿਆ ਜਾ ਸਕਦਾ ਹੈ। ਗਿਆਨੀ ਜੀ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ। ਜੇ ਆਪਾਂ ਇਹ ਫੈਸਲਾ ਪਹਿਲਾਂ ਹੀ ਕਰ ਲਿਆ ਕਿ ਉਹ ਸਿੱਖ ਹੀ ਨਹੀਂ ਹੈ ਤਾਂ ਜਿਹੜਾ ਸਿੱਖ ਨਹੀਂ ਹੈ ਉਹਨੂੰ ਅਸੀਂ ਅਕਾਲ ਤਖਤ ਤੇ ਵੀ ਨਹੀਂ ਤਲਬ ਕਰ ਸਕਦੇ ਜੀ। ਜੀ ਪਰ ਇਹ ਅਕਾਲ ਤਖਤ ਸਾਹਿਬ ਨੇ ਫੈਸਲਾ ਕਰਨਾ ਹੈ। ਇਹ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਹੋਣਾ ਹੈ ਜੀ ਜੀ। ਪਰ ਜਿਵੇਂ ਉਹ ਕਹਿ ਰਹੇ ਹੈ ਕਿ ਸੰਗਤ ਨੂੰ ਚਾਹੀਦਾ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੇ ਔਰ ਆਪਣੀ ਆਵਾਜ਼ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚਾਏ, ਕਿਉਂਕਿ ਸਾਡਾ ਜਿਹੜਾ ਸਹੀ ਸਿਸਟਮ, ਸਾਡਾ ਮਾਧਿਅਮ ਇਹੀ ਹੈ ਕਿ ਜਦੋਂ ਵੀ ਕੋਈ ਪ੍ਰੋਬਲਮ ਹੈ, ਕੋਈ ਸੀਰੀਅਸ ਮਸਲਾ ਹੈ ਜੀ, ਦੈਨ ਵੀ ਸ਼ੁਡ ਕਾਲ ਆਵਰ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ। ਆਪਾਂ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਸੰਗਤ ਨੂੰ ਆਪਣੀਆਂ ਭਾਵਨਾਵਾਂ ਜਥੇਦਾਰ ਸਾਹਿਬ ਤੱਕ ਪਹੁੰਚਾਉਣੀਆਂ ਚਾਹੀਦੀਆਂ। ਠੀਕ ਹੈ ਤੇ ਜਥੇਦਾਰ ਸਾਹਿਬ ਫਿਰ ਉਹਦਾ ਸੀਰੀਅਸ ਨੋਟ ਲੈਣਗੇ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ੍ਰੀ ਅਕਾਲ ਜੀ, ਮੈਂ ਬਲਵੀਰ ਸਿੰਘ ਬੋਲ ਰਿਹਾ। ਤੇ ਗੱਲ ਹੈ ਕਿ ਜਿਹੜੀ ਅੱਜ ਗੱਲ ਸੁਣੀ ਹੈ ਜਿਹੜੀ ਆਪਣੇ ਮਜੀਠੀਏ ਦੀ ਜੀ, ਸਾਰੇ ਕਹਿੰਦੇ ਆ ਕਿ ਜਥੇਦਾਰਾਂ ਨੂੰ ਚਾਹੀਦਾ, ਜਥੇਦਾਰ ਤੇ ਆਪ ਉਹਦੇ ਗੁਲਾਮ ਨੇ ਸਾਰੇ ਉਹਨਾਂ ਦੇ ਜੀ ਜੀ। ਸ਼੍ਰੋਮਣੀ ਕਮੇਟੀ ਦਾ ਜਿਹੜਾ ਮੈਂਬਰ ਹੈਗਾ ਪ੍ਰਧਾਨ ਕੱਕੜ, ਉਸ ਦਿਨ ਉਹਨੇ ਕੇਜਰੀਵਾਲ ਦੀ ਕਿਰਪਾ ਨਹੀਂ ਬੰਦ ਕਰਾਤਾ ਜੀ 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 ਜੀ। ਇਹ ਸਾਰੇ ਵਿਕੇ ਹੋਏ ਇਹਨਾਂ ਦੇ ਜੀ ਜੀ। ਤੇ ਜਥੇਦਾਰਾਂ ਨੇ ਕਰਨਾ, ਜਥੇਦਾਰ ਤੇ ਜੋ ਉਹ ਬਾਦਲ ਕਹੂਗਾ ਨੇ ਉਹੋ ਹੀ ਕਰਨਾ, ਹੋਰ ਕੁਝ ਨਹੀਂ ਕਰਨਾ ਨੇ ਜੀ ਜੀ। ਜੀ ਤੁਹਾਡੀ ਗੱਲ ਕਾਫੀ ਹੱਦ ਤੱਕ ਦੁਰਸਤ ਹੋ ਸਕਦੀ ਹੈ, ਪਰ ਕਈ ਵਾਰ ਜਦੋਂ ਤੂਫਾਨ ਉੱਠਦਾ ਹੈ, ਜਦੋਂ ਸੰਗਤ ਦੀ ਆਵਾਜ਼ ਉੱਠਦੀ ਹੈ, ਉਹਦੀ ਤਾਕਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਕੋਈ ਉਹਦੇ ਅੱਗੇ ਟਿਕਦਾ ਨਹੀਂ। ਆਖਰ ਜਿਹੜੇ ਵੀ ਉਹ ਵੀ ਉਸ ਪੰਥ ਦਾ ਹਿੱਸਾ ਹੈਗੇ ਹੈ ਤਾਂ ਉਹ ਇਸ ਚੀਜ਼ ਨੂੰ ਦਰਕਿਨਾਰ ਨਹੀਂ ਕਰ ਸਕਦੇ। ਹੁਣ ਫਰਕ ਇਹ ਹੋਏਗਾ ਸੰਗਤ ਆਪਣੀ ਆਵਾਜ਼ ਕਿੰਨੀ ਜ਼ੋਰ ਨਾਲ ਚੁੱਕਦੀ ਹੈ। ਜੇ ਸੰਗਤ ਦੀ ਆਵਾਜ਼ ਹੋਏਗੀ ਤੇ ਫਿਰ ਮੇਰਾ ਖਿਆਲ ਹੈ ਭਾਵੇਂ ਜਥੇਦਾਰ ਹੋਣ ਜਾਂ ਕੋਈ ਵੀ ਹੋਏ ਜਾਂ ਰਾਜਨੀਤਿਕ ਬੰਦਾ, ਉਸ ਨੂੰ ਦਰਕਿਨਾਰ ਨਹੀਂ ਕਰ ਸਕਦਾ। ਬਿਲਕੁਲ ਬਿਲਕੁਲ ਜੀ। ਹੈਲੋ ਹੈਲੋ ਹਾਂਜੀ ਵੀਰ ਜੀ, ਵਾਹਿ ਖਾਲਸਾ ਨਮਸਕਾਰ ਤੇ ਭਾਈ ਗੁਰਕਰਨ ਸਿੰਘ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਭਾਈ ਸਾਹਿਬ? ਮੈਂ ਅਮਰਪਾਲ ਸਿੰਘ ਬੋਲ ਰਿਹਾ ਜੀ, ਇੱਥੋਂ ਐਲੇ ਤੋਂ ਜੀ ਜੀ। ਅਮਰਪਾਲ ਸਿੰਘ ਜੀ ਹੁਕਮ ਕਰੋ। ਮੈਂ ਵੀਰ ਜੀ ਦੇ ਬਲਕਰਨ ਸਿੰਘ ਹੋਰਾਂ ਦੇ ਕੁਝ ਚਿਰ ਪਹਿਲਾਂ ਦਰਸ਼ਨ ਕੀਤੇ ਸੀ, ਇੱਥੇ ਬਿਊਨਾ ਪਾਰਕ ਆਏ ਸਨ ਜੀ 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 ਜੀ। ਤੇ ਮੈਂ ਇੱਕ ਬੇਨਤੀ ਕਰਨੀ ਸੀ ਹਾਂਜੀ ਕਿ ਜਿਹੜੀ ਇਹ ਬੱਜਰ ਗਲਤੀ ਕੀਤੀ ਹੈ ਇਹਦੀ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ ਔਰ ਜਥੇਦਾਰਾਂ ਨੂੰ ਆਪਣਾ ਹੌਸਲਾ ਵਿਖਾਉਣਾ ਚਾਹੀਦਾ ਇਸ ਬਾਰੇ ਜੀ ਜੀ। ਤੇ ਦੂਸਰੀ ਗੱਲ ਜਿਹੜੀ ਹੈ ਕਿ ਪ੍ਰਧਾਨ ਮੱਕੜ ਨੇ ਵੀ ਪਿੱਛੇ ਜੇ ਆਪਣੇ ਸਾਰੇ ਸਟਾਫ ਨੂੰ ਕਿਹਾ, ਕਮੇਟੀ ਦੇ ਮੈਂਬਰਾਂ ਨੂੰ, ਇਹ ਜੀ ਤੁਸੀਂ ਸਾਰਿਆਂ ਨੇ ਬੀਜੇਪੀ ਨੂੰ ਵੋਟ ਪਾਉਣੀ ਹੈ, ਮੋਦੀ ਨੂੰ ਜਿਤਾਉਣਾ ਜੀ। ਇਹ ਸਾਰਿਆਂ ਨੂੰ ਪਤਾ ਹੁੰਦਿਆਂ ਹੋਇਆ ਵੀ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਮਾਡਲ ਦੀ ਵੀ ਬੇਇੱਜ਼ਤੀ ਕੀਤੀ, ਤੋੜਿਆ, ਸਿਗਰਟਾਂ ਲਗਾਈਆਂ, ਸਭ ਕੁਝ ਕੀਤਾ ਜੀ। ਇਹ ਸਾਰੇ ਦੇ ਸਾਰੇ ਫਿਰ ਉਹਨਾਂ ਦੇ ਨਾਲ ਪੱਪਾ ਭਾਰ ਹੋਏ ਪਏ ਨੇ। ਪਤਾ ਨਹੀਂ ਕੀ ਸੋਚ ਕੇ ਕਿ ਸ਼ਾਇਦ ਸਿੱਖ ਬੇਵਕੂਫ ਹੋ ਜਾਣਗੇ, ਮੰਨ ਜਾਣਗੇ ਸਾਡੀਆਂ ਗੱਲਾਂ। ਮੇਰੀ ਤੇ ਤੁਹਾਡੇ ਜ਼ਰੀਏ ਰਾਹੀਂ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਇਹਨਾਂ ਨੂੰ, ਅਕਾਲੀਆਂ ਨੂੰ ਤੇ ਭਾਜਪਾਈਆਂ ਨੂੰ, ਜਿੰਨੇ ਵੀ ਬੰਦੇ ਖੜੇ ਨੇ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਵੋਟਾਂ ਨਾਲ ਹਰਾਉਣ, ਤਾਂ ਕਿ ਅੱਗੋਂ ਤੋਂ ਇਹਨਾਂ ਨੂੰ ਇਹ ਜ਼ਰੂਰਤ ਹੀ ਨਾ ਹੋਵੇ ਇਹੋ ਜਿਹੀਆਂ ਗਲਤੀਆਂ ਕਰ ਸਕਣ। ਅਕਾਲੀ ਦਲ ਜਿਹੜੀ ਕਿ ਸਿੱਖਾਂ ਦੀ ਜਮਾਤ ਹੋਣੀ ਚਾਹੀਦੀ ਹੈ, ਬਾਰ-ਬਾਰ ਉਹ ਬਾਦਲ ਕਹਿ ਰਿਹਾ ਅਸੀਂ ਜੀ ਭਾਜਪਾਈਆਂ ਅਸੀਂ ਤੇ ਬਣਾਤੀ ਹੈ
ਭਾਈਚਾਰਕ ਸਾਂਝ ਬਣਾਤੀ ਹੈ। ਸਕਿਲਰ ਕਰ ਦਿੱਤੀ ਉਹ ਭਾਈਚਾਰਕ ਸਾਂਝ ਉਹਨੂੰ ਤਾਂ ਸਾਹਮਣੇ ਰੱਖੋ, ਜਿਹੜੇ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਬੇਇੱਜ਼ਤੀ ਕੀਤੀ, ਲੱਡੂ ਵੰਡੇ, ਸਭ ਕੁਝ ਕੀਤਾ, ਉਹਨੂੰ ਤਾਂ ਸਾਹਮਣੇ ਰੱਖੋ। ਮੇਰੀ ਇਹਨਾਂ ਲਫ਼ਜ਼ਾਂ ਨਾਲ ਹੀ ਆਪ ਜੀ ਕੇ ਬੇਨਤੀ ਹੈ ਕਿ ਇਸ ਗੱਲ ਨੂੰ ਵੱਧ ਤੋਂ ਵੱਧ ਪਹੁੰਚਾਈਏ ਇਸ ਕੌਮ ਨਾਲ ਤੁਹਾਡੇ ਜ਼ਰੀਏ ਰਾਹੀਂ, ਤਾਂ ਕਿ ਇਹਨਾਂ ਨੂੰ ਇਹਨਾਂ ਵੋਟਾਂ ਦੇ ਵਿੱਚ ਇਸ ਗੱਲ ਦਾ ਖਮਿਆਜ਼ਾ ਭੁਗਤਾਇਆ ਜਾਏ। ਤੁਹਾਡੇ ਵਿਚਾਰ ਸੁਣੇ, ਪਰ ਸਾਡੀ ਜਿਹੜੀ ਮਜਬੂਰੀ ਪੰਥਕ ਤੌਰ ਤੇ ਜੋ ਸਾਹਮਣੇ ਆ ਰਹੀ ਹੈ, ਦਰਅਸਲ ਅਸੀਂ ਇੱਕ ਐਸੀ ਕਸੂਤੀ ਜਗ੍ਹਾ ਤੇ ਫਸ ਗਏ ਆ ਜਿਹਦੇ ਵਿੱਚ ਪਾਰਟੀਆਂ ਦੋ ਹੈ, और जेकर ये लफ्ज़ वरत ले जान, कबाबे सीख हैं हम हरसों बदलते हैं, चल उठता है ये पहलू तो वो पहलू बदलते हैं। एक पास्यों दुखी होंदे आ, दूजे पासे जाने आ, दूजे पासे होंदे फिर इधर आने आ, ते हालत तो वो बन गई कि बकरे नूं पुछो झटका चंगा कि हलाल उहदा जवाब होएगा हर दो लानत है। सो इस हालत जिहड़ी साडी पंथ दी हालत दे विच फसे होए आ, ये तो गुरु आप बौड़ी करेगा, वो बंद खलासी कराए ते कुछ होए। तुहाडा बहुत बहुत धन्नवाद। हैलो जी, तुसी अपने टीवी दी आवाज बंद करके गल करोगे? राइट हाँ जी जी प्लीज। कौन बोल रहे जी? कृष्ण सिंह जी। कृष्ण सिंह जी कित्थों बोल रहे हो? जर्सी तो जी हुक्म करो तुसी। हाँ जी, की कहना चाहते हो, की सुनेहा तुहाडा? मजीठिया यूथ दा प्रेसिडेंट भी है। हाँ जी हाँ जी। ते उन्हें बहुत बड़ी गलती की थी, ही शुड बी पुट इन द कोर्ट। उन्हें सिखा दी बड़ी बेइज्जती की है, बाई नु उन्हें इंटरफीयर किया है। जी जी जी। जो दशमेश ज्यादा हुक्म है, हाँ जी, ਉਹਦੇ ਵਿੱਚ ਨਵੀਂ ਗੱਲ ਪਾ ਕੇ ਤੇ ਉਹਦੇ ਗਲਤ ਕੀਤਾ ਹੈ। ਜੀ ਜੀ ਜੀ। ਸੋ ਇਹ ਤੁਸੀਂ ਕ੍ਰਿਸ਼ਨ ਸਿੰਘ ਜੀ ਤੁਸੀਂ ਨਵੀਂ ਗੱਲ ਕਹੀ ਹੈ ਕਿ ਤੁਹਾਡਾ ਇਸ਼ਾਰਾ ਹੈ ਜਿਹੜੀ ਇੰਡੀਅਨ ਪੀਨਲ ਕੋਡ ਦੀ ਧਾਰਾ 295 ਇਹ ਹੈ ਤਾਜੀਰਾਤ ਹਿੰਦ ਦੀ, ਤੁਹਾਡਾ ਕਹਿਣਾ ਹੈ ਕਿ ਉਹਦੇ ਤੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਵੀ ਹੋਣੀ ਚਾਹੀਦੀ ਹੈ। ਜੀ 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 ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਕ ਬਿਲਕੁਲ ਨਵਾਂ ਐਂਗਲ ਤੁਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ ਹੈਲੋ ਹੈਲੋ, ਤੁਸੀਂ ਲਾਈਨ ਦੇ ਉੱਤੇ ਹੈਗੇ ਹੋ, ਕੌਣ ਬੋਲ ਰਹੇ ਜੀ? ਹੈਲੋ हाँ जी हाँ जी, तुसी टीवी दी आवाज बंद करोगे तां तुहाडी आवाज आएगी। हाँ जी जी मैं बंद कर रही कर दिया करो पहले। हाँ जी, फोन कर दो। वर्जीनिया तो कौन बोल रहे जी? जसबीर सिंह बोल रहे हैं वर्जीनिया तो। हाँ जी, हुक्म करो जसबीर सिंह। मजीठिया ते जेड़ा एक्शन होना है तो होएगा ही। प्रकाश सिंह बादल नु ही शुड टेक मोरल रिस्पांसिबिलिटी एंड रिजाइन। जी जी जी, ठीक है जी, बहुत बहुत धन्यवाद तुहाडा। हेलो हेलो हेलो। हाँ जी लांबा साहब, एक बारी मैं फिर ਤੁਹਾਡਾ 1 ਮਿੰਟ ਲਵਾਂਗਾ। हाँ जी, कौन बोल रहे जी? मैं ਹੁਣੇ ਗੱਲ ਕਰਕੇ ਹਟਿਆ, ਮੈਂ ਇੱਕ ਪੁਆਇੰਟ ਭੁੱਲ ਗਿਆ ਸੀ, ਹੁਣੇ ਪੇਪਰਾਂ 'ਚ ਪੜਿਆ। हाँ जी, ਬਿਕਰਮ ਸਿੰਘ ਮਜੀਠੀਆ ਨੇ ਵੀ ਇਹਦੇ ਜਿਹੜੇ ਪੂਰਵਜ ਸਨ ਉਹਨਾਂ ਨੇ ਵੀ ਸਿੱਖ ਕੌਮ ਨਾਲ ਗਦਾਰੀ ਕੀਤੀ ਸੀ। ਉਹ ਆਪਾਂ ਉਸ ਗੱਲ ਦੇ ਵਿੱਚ ਜੀ ਆਪਣਾ ਅਰੁਣ ਜੇਤਲੀ ਦੇ ਨਾਨਕੇ ਵੀ ਸਿੰਧਾ ਵਾਲੀਆਂ ਦੇ ਨਾਲ ਤਲਕ ਰੱਖਦੇ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਗਦਾਰੀ ਕੀਤੀ ਸੀ। ਗੱਲ ਇਹ ਆਪਾਂ ਬਹੁਤ ਚੇਤ ਹੋਣਾ ਚਾਹੀਦਾ ਹੈ। हाँ जी ਇਹਨਾਂ ਲੋਕਾਂ ਨੂੰ ਵੋਟਾਂ ਨਾ ਪਾਈਆਂ ਜਾਣ। ਠੀਕ ਹੈ, ਗੱਲ ਇਹ ਹੈਗੀ ਹੈ ਕਿ ਆਪਾਂ ਉਸ ਚੀਜ਼ ਦੇ ਵਿੱਚ ਨਹੀਂ ਜਾ ਸਕਦੇ, ਬਹੁਤ ਕੁਝ ਦੇਣ ਵੀ ਹੈ, ਔਰ ਖਾਸ ਕਰਕੇ ਚੀਫ ਖਾਲਸਾ ਦੀਵਾਨ ਵਿੱਚ ਪੰਜਾਬ ਸਿੰਧ ਬੈਂਕ ਦੇ ਬਣਨ ਵਿੱਚ ਐਸੀ ਗੱਲ ਨਹੀਂ ਕਹੀ ਜਾ ਸਕਦੀ। ਸਿੱਖ ਕੌਮ ਨੂੰ ਦੇਣ ਵੀ ਬਹੁਤ ਹੈ ਤੇ ਦੂਜੇ ਪਾਸੇ ਵੀ ਹੈ। ਇਹ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ ਐਜੂਕੇਸ਼ਨ ਦੇ ਮਾਮਲੇ 'ਚ ਇਹਨਾਂ ਨੇ ਬਹੁਤ ਕੰਮ ਕੀਤਾ ਸੀ। ਬਾਕੀ ਉਹ ਸਿੰਘ ਸਭਾ ਲਹਿਰ ਜਦੋਂ ਸ਼ੁਰੂ ਹੋਈ ਸੀ ਉਹਦਾ ਮੋਟੋ ਬਣ ਗਿਆ ਸੀ ਕਿ ਖੈਰ ਖਾਈ ਕੌਮ ਫਰਮਾ ਬਰਦਾਰੀ ਸਰਕਾਰੀ, पर अज मसला कुछ हो रहा है। बहुत बहुत धन्यवाद। हाँ जी, कौन बोल रहे जी? हाँ जी लामा साहब सत श्री अकाल। सत श्री अकाल, कौन बोल रहे जी? हाँ जी, मैं महिंदर सिंह संधावालिया कैलिफोर्निया तो बोल रहा जी। जी भाई साहब जी, हाँ जी हुक्म करो संधावालिया साहब। हाँ जी, गल ये आ कि पिछले 2-3 दिन तो बहुत खुलासे जेडे हो रहे, जिस चीज नूं पेपर टीवी तुसी सारे बड़े चिर दे लोग रौला पा रहे सी, लेकिन ये मनदे नहीं सी जी। लेकिन हुण हर चीज जेडी आ वो शीशे वांग सामने आ रही आ जी जी। ते इन्ना कौम दा नुकसान जेड़ा है ये तां नहीं झल्लिया जा सकदा जिन्ना ये जेडी गल ये हो रही है। हाँ जी जी जी, क्योंकि ये गुरबाणी
ਨਿਯੁਕਤੀ ਜਿਹੜੀ ਆ ਉਹ ਤੇ ਤੁਹਾਨੂੰ ਪਤਾ ਹੀ ਆ ਕਿ ਗੁਰੂ ਹਰਿਰਾਏ ਸਾਹਿਬ ਨੇ ਗੁਰੂ ਰਾਮ ਰਾਏ ਨੂੰ ਕਹਿਤਾ ਹੈ ਕਿ ਮੇਰੇ ਮੱਥੇ ਨਾ ਲੱਗੀ ਤੂੰ ਜੇ ਲਫ਼ਜ਼ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਬਦਲ ਦਿੱਤਾ। ਜੀ ਜੀ ਜੀ। ਤੇ ਗੁਰੂ ਗ੍ਰੰਥ ਇਹ ਵੀ ਚਲੋ ਦਸਮ ਗ੍ਰੰਥ ਦੀ ਆ, ਕੋਈ ਵੀ ਇਹ ਬਦਲੇ ਨਹੀਂ ਜਾ ਸਕਦੀ। ਇਹਦੇ ਤੇ ਜਿਹੜੀਆਂ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਕਰਨ ਲੱਗ ਪਏ ਅੱਗੇ ਬੜਾ ਕੁਝ ਨੁਕਸਾਨ ਜਿਹੜਾ ਪੰਥ ਦਾ ਹੋ ਰਿਹਾ। ਮੱਕੜ ਸਾਹਿਬ ਸਾਡੀ SGPC ਜਿਹੜੀ ਆ ਉਹ ਬਿਲਕੁਲ ਜ਼ੀਰੋ ਹੋ ਗਈ ਆ। 10-11 ਅਰਬ ਦਾ ਜਿਹੜਾ ਸਾਡਾ ਬਜਟ ਆ ਉਹ ਉਹਨੂੰ ਜਿਹੜਾ ਵਾ ਆਪਣਾ ਧਰਮ ਪ੍ਰਚਾਰ ਦੀ ਬਜਾਏ ਉਹ ਪੈਸਾ ਸਾਰਾ ਸਿਆਸਤ 'ਚ ਲੱਗ ਰਿਹਾ। ਸਾਰੇ ਆਪਣੇ ਬੰਦਿਆਂ ਨੂੰ ਜਿਹੜੇ ਪੈਸੇ ਉਹ ਦਿੱਤੇ ਜਾ ਰਹੇ ਆ। ਇੱਕ ਕਿਤੇ ਜਿਹੜੇ 10 ਬੰਦੇ ਜਿਹੜੇ ਆ ਉਹ ਆਪਣਾ ਨਹੀਂ ਸਿੱਖ ਪੂਰੇ ਬਣਾ ਰਹੇ। ਇਹਨਾਂ ਦੇ ਕਾਲਜ ਇਹਨਾਂ ਦੇ ਸਕੂਲ ਜਿਹੜੇ ਆ ਉਹਨਾਂ 'ਚ ਨਾ ਪ੍ਰੋਪਰ ਸਿੱਖ ਜਿਹੜੇ ਆ ਉਹ ਉਤੋਂ ਨਿਕਲ ਰਿਹਾ, ਨਾ ਪ੍ਰੋਪਰ ਜਿਹੜੇ ਆ। ਜੀ ਬਹੁਤ ਤੁਹਾਡਾ ਸੁਨੇਹਾ ਬਹੁਤ ਮਹੱਤਵਪੂਰਨ ਹੈ ਕਿ ਕਾਫੀ ਗਿਰਾਵਟ ਜਿਹੜੀ ਹੈ ਬਹੁਤ ਦੂਰ ਤੱਕ ਜਾ ਚੁੱਕੀ ਹੈ ਔਰ ਇਹਦਾ ਕੋਈ ਹੱਲ ਜ਼ਰੂਰ ਲੱਭਣਾ ਹੈ। ਜੀ ਬਹੁਤ ਬਹੁਤ ਧੰਨਵਾਦ। ਹੈਲੋ, ਕੌਣ ਬੋਲ ਰਹੇ ਜੀ? ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ ਤੇ ਹੋ, ਕੌਣ ਬੋਲ ਰਹੇ ਜੀ? ਹੈਲੋ ਹੈਲੋ ਹੈਲੋ, ਹਾਂਜੀ ਤੁਸੀਂ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ ਤੇ ਤੁਹਾਡੀ ਆਵਾਜ਼ ਆਏਗੀ, ਨਹੀਂ ਤੇ ਆਂਦੀ ਨਹੀਂ। ਜੀ ਹੁਕਮ ਕਰੋ, ਕੌਣ ਬੋਲ ਰਹੇ ਜੀ? ਖਾਲਸਾ ਜੀ, ਮੈਂ ਅਮਰੀਕ ਸਿੰਘ ਬੋਲ ਰਿਹਾ ਟੋਰਾਂਟੋ ਤੋਂ। ਜੀ ਅਮਰੀਕ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਮੈਂ ਸਰ ਪ੍ਰਕਾਸ਼ ਸਿੰਘ ਮਜੀਠੇ ਦੇ ਬੇੜੇ ਦਾ ਦੋਸਤ ਆ, ਇਕੱਠੇ ਕਲਾਸ ਫੈਲੋ ਸੀਗੇ। ਹਾਂਜੀ ਮੈਂ ਹੁਣ ਟੋਰਾਂਟੋ ਚ ਹਾਂਜੀ ਮੈਂ ਸਾਰੀਆਂ ਸਰਕਾਰਾਂ ਹੰਡਾਈਆਂ ਨੇ ਉਹਨਾਂ ਨੂੰ ਮਜੀਠਾ ਸਾਹਿਬ ਦੇ ਪਰਿਵਾਰ ਨਾਲ। ਮੈਂ ਬੇਨਤੀ ਕਰਦੀ ਚਾਹੁੰਦਾ ਜੋ ਵਿਕਰਮਜੀਤ ਸਿੰਘ ਮਜੀਠੇ ਨੇ ਆਪਣੀ ਸ਼ੋਹਰਤ ਨੂੰ ਤਾਂ ਚੁੱਕਣ ਵਾਸਤੇ ਹਾਂਜੀ ਇਹ ਕੁਝ ਕੀਤਾ ਜਿਹੜਾ ਮੈਂ ਕੁਝ ਹੋਰ ਪੁੱਛਣਾ ਚਾਹੁੰਦਾ ਥੋੜਾ ਜਿਹਾ। ਸਮਾਂ ਬਹੁਤ ਘੱਟ ਹੈ। ਸਮਾਂ ਭਾਈ ਸਾਹਿਬ ਤੁਸੀਂ ਮਸਲੇ ਦੇ ਉੱਤੇ ਕਰ ਦਿਓ, ਫਿਰ ਤੁਸੀਂ ਸਾਨੂੰ ਈਮੇਲ ਪਾਣਾ ਕਿਉਂਕਿ ਅਸੀਂ ਬਿਲਕੁਲ ਸਮਾਪਤੀ ਦੇ ਨੇੜੇ ਆਏ ਆ। ਤੁਸੀਂ ਜੇ ਇਹਦੇ ਬਾਰੇ ਤੁਸੀਂ ਇਹ ਜਿਹੜੇ ਲਫ਼ਜ਼ਾਂ ਬਾਰੇ ਕੋਈ ਦੱਸ ਦਿਓ ਜੇ ਦੱਸਣਾ ਚਾਹੁੰਦੇ ਹੋ। ਲਓ ਜੀ, ਜੋ ਇਹਨੇ ਕੀਤਾ ਵਾ ਇਹ ਸਿਰਫ ਆਪਣੇ ਪਾਪ ਧੋਣ ਵਾਸਤੇ, ਆਪਣੇ ਆਪ ਨੂੰ ਸੱਚਾ ਦੱਸਣ ਵਾਸਤੇ ਅਸੀਂ ਬਿਲਕੁਲ ਸਾਫ਼ ਆ। ਹਾਂਜੀ ਤੇ ਅਡਵਾਨੀ ਦਾ ਤਾਂ ਭਾਈ ਉੱਥੇ ਬੈਠਾ ਵਾ, ਅਡਵਾਨੀ ਜਿਹੜਾ ਉਹ ਗੋਚੀ ਦੇ ਖਿਲਾਫ ਆ, ਉਹ ਲੱਤਾਂ ਖਿੱਚਣ ਡਿਆ। ਹੁਣ ਇਹਦਾ ਜਿਤੇਵੀ ਨੂੰ ਜੋ ਜੂਏ ਦਾ ਬੋਲਿਆ ਵਾ ਹਾਂਜੀ ਇਹ ਨਿੰਦਣਯੋਗ ਆ। ਠੀਕ ਹੈ, ਬਹੁਤ ਬਹੁਤ ਗੱਲ ਤੇ ਇਹ ਹੈ ਕਿ ਨਿੰਦਣਯੋਗ ਹੈ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਮੈਂ ਰਸਮ ਬੋਲ ਰਿਹਾ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਗਿਆਨੀ ਜੀ ਵੀ ਤੁਹਾਨੂੰ ਫਤਿਹ ਬੁਲਾ ਰਹੇ ਹੈ। ਹਾਂਜੀ ਹਾਂਜੀ, ਮੈਂ ਕਹਿ ਰਿਹਾ ਜਿਹੜਾ ਉਹ ਮਜੀਠੀਆ ਬੋਲ ਕੇ ਗਿਆ, ਹਾਂਜੀ ਉਸਨੇ ਬਹੁਤ ਮਾੜਾ ਕੰਮ ਕੀਤਾ। ਯਾਨੀ ਜਿੰਨਾ ਮਾੜਾ ਕਹਿ ਜੇ ਉਦੋਂ ਹੀ ਭਲੇ ਕੀਤਾ। ਜੀ 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 ਤੁਸੀਂ ਪਿੱਛੇ ਦਿਖਾਇਆ ਸੀ ਆਪਣੇ ਜਥੇਦਾਰਾਂ ਦਾ ਸਾਰਿਆਂ ਦਾ ਸਰੂਪ। ਹਾਂਜੀ ਜੋ ਇਹਨਾਂ ਨੇ ਬਾਦਲ ਪਰਿਵਾਰ ਨੇ ਕੀਤਾ, ਬਾਦਲ ਦਾ ਮੁੰਡਾ ਆਇਆ ਉਹਦੀ ਦਾੜੀ ਬੰਨੀ ਹੋਈ। ਹਾਂਜੀ ਅੱਜ ਤੱਕ ਕੋਈ ਦਾੜੀ ਬੰਨ ਕੇ ਜਥੇਦਾਰ ਨਹੀਂ ਆਇਆ ਜੀ। ਇੱਕ ਗੱਲ। ਦੂਜੀ ਗੱਲ, ਮਹਾਰਾਜਾ ਰਣਜੀਤ ਸਿੰਘ 5 ਮਿੰਟ ਉਹਨਾਂ ਹੈ ਜਿਹੜਾ ਮੋਹਰਾਂ ਦਾ ਇਤਿਹਾਸ ਆਪਾਂ ਕਹਿੰਦੇ ਆ। ਹਾਂਜੀ ਉਥੋਂ ਅਕਾਲੀ ਫੂਲਾ ਸਿੰਘ ਨੇ ਛੇਕਿਆ ਸੀ ਉਹ। ਹਾਂਜੀ ਹਾਂਜੀ ਇਹਨਾਂ ਨੇ 2 ਟੂਰਨਾਮੈਂਟ ਕਰਾਏ ਉੱਥੇ, ਬਾਦਲ ਪਰਿਵਾਰ ਸਾਰਾ ਬਹਿ ਕੇ ਨਾਚੀਆਂ ਨਚਾਈਆਂ ਉੱਥੇ। ਹਾਂਜੀ ਕਿਸੇ ਨੇ ਗੱਲ ਨਹੀਂ ਕੀਤੀ ਇਹਨਾਂ ਦੀ, ਨਾ ਦੂਜੇ ਜਥੇਦਾਰ ਨੇ ਜਾਂ ਕਿਸੇ ਨੇ ਹੋਰ ਨੇ ਉੱਥੇ ਕਾਲ ਤੱਕ ਸੁਣਨੇ ਚਾਹੀਦੇ ਸੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਸਮਾਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ। ਅਖੀਰਲੀ ਕਾਲ ਲੈ ਕੇ ਅਸੀਂ ਸਮਾਪਤ ਕਰਾਂਗੇ। ਹਾਂਜੀ ਕੌਣ ਬੋਲ ਰਹੇ ਜੀ? ਵਾਹਿਗੁਰੂ ਜੀ ਕੀ ਫਤਿਹ। ਜੀ ਪਿਆਰਾ ਸਿੰਘ ਜੀ, ਸਾਡੇ ਕੋਲ 10 ਸੈਕਿੰਡ ਹੈ, ਬਿਲਕੁਲ 10 ਸੈਕਿੰਡ ਜੀ। ਹਾਂਜੀ ਹਾਂਜੀ, ਬੇਨਤੀ ਹੈ ਅੱਜ ਮਜੀਠੀਆ ਨੂੰ ਸੁਣ ਕੇ ਰਾਜਨੀਤਿਕ ਸੋਚ ਤੋਂ ਡਰ ਹੈ। ਹਾਂਜੀ ਜਿਵੇਂ 1947 ਤੱਕ ਸਰਦਾਰ ਬਲਦੇਵ ਸਿੰਘ ਨੇ ਸਿੱਖਾਂ ਲਈ ਕੀਤਾ ਸੀ, ਅੱਜ ਦਾ ਅਕਾਲੀ ਦਲ ਜੋ ਹੈ ਉਸ ਤੋਂ ਕੋਈ ਵੱਡੀ ਆਸ ਨਹੀਂ ਹੈ। ਸਮਾਂ ਹੈ ਕਿ ਪੰਥ ਦੀ ਜਾਗਣ ਤੇ ਬਹੁਤ ਬਹੁਤ ਧੰਨਵਾਦ। ਅਸੀਂ ਗੁਸਤਾਖੀ ਮਾਫ, ਸਮਾਂ ਬਿਲਕੁਲ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਤੇ ਤੁਸੀਂ ਸਾਨੂੰ ਈਮੇਲ ਜ਼ਰੂਰ ਕਰੋ ਇਸ ਗੰਭੀਰ ਮਸਲੇ ਦੇ ਉੱਤੇ lamba@getpunjabi.tv। ਔਰ ਗਿਆਨੀ ਜੀ ਵੀ ਫਤਿਹ ਗਜਾਉਂਦੇ ਆ। ਅਸੀਂ ਇਹਨਾਂ ਦਾ ਪੂਰਾ ਸਮਾਂ ਨਹੀਂ ਇਹਨਾਂ ਦਾ ਲੈ ਸਕੇ, ਪਰ ਅਸੀਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।